ਗੁੱਡ ਈਵਨਿੰਗ ਦੋਸਤੋ। ਗੱਲਬਾਤ ਪ੍ਰੋਗਰਾਮ ਤੁਸੀਂ ਸਨਰਾਈਜ਼ ਟੈਲੀਵਿਜ਼ਨ ਤੇ ਦੇਖ ਰਹੇ ਹੋ। ਸਨਰਾਈਜ਼ ਟੈਲੀਵਿਜ਼ਨ ਇਜ਼ ਔਨ ਚੈਨਲ 830। ਮੈਨੂੰ ਪਤਾ ਕਿ ਤੁਸੀਂ 830 ਤੇ ਇਸ ਵੇਲੇ ਸਾਨੂੰ ਦੇਖ ਰਹੇ ਹੋ ਔਰ ਆਪਣੇ ਯਾਰਾਂ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਵੀ ਦੱਸੋ ਕਿ ਜਿਹੜੇ ਵਧੀਆ ਪ੍ਰੋਗਰਾਮ ਹੁੰਦੇ ਨੇ ਉਹ ਸਨਰਾਈਜ਼ ਟੈਲੀਵਿਜ਼ਨ ਤੇ ਹੁੰਦੇ ਨੇ। ਔਰ ਇਹ ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਹੈਗਾ ਇਹਨੂੰ ਕਹਿੰਦੇ ਨੇ ਪੰਜਾਬੀ ਗੱਲਬਾਤ। ਔਰ ਪੰਜਾਬੀ ਗੱਲਬਾਤ ਪ੍ਰੋਗਰਾਮ ਦੋਸਤੋ ਹਰ ਸੰਡੇ ਨੂੰ, ਹਰ ਐਤਵਾਰ ਨੂੰ 6 ਤੋਂ 8 ਵਜੇ ਤੱਕ ਸ਼ਾਮ ਨੂੰ ਹੁੰਦਾ ਵੇ। ਔਰ ਇਹਦੇ ਵਿੱਚ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ 2 ਗੈਸਟ ਘੱਟੋ ਘੱਟ ਲਿਆਂਦੇ ਜਾਣ, ਉਹਨਾਂ ਦੇ ਨਾਲ ਤਬਾਦਲਾ ਖਿਆਲ ਕੀਤਾ ਜਾਵੇ। ਪਹਿਲੇ ਘੰਟੇ ਦੇ ਵਿੱਚ ਇੱਕ ਗੈਸਟ, ਦੂਜੇ ਘੰਟੇ ਦੇ ਵਿੱਚ ਦੂਸਰਾ, ਤੇ ਕਈ ਵਾਰ ਟੌਪਿਕ ਇੱਕੋ ਹੁੰਦਾ 2 ਘੰਟੇ ਲਈ, ਕਈ ਵਾਰੀ 1 ਘੰਟੇ ਦੇ ਵਿੱਚ ਇੱਕ ਟੌਪਿਕ ਔਰ ਦੂਸਰੇ ਵਿੱਚ ਦੂਸਰਾ ਹੋਏਗਾ। ਅੱਜ ਜਿਹੜਾ ਦਿਨ ਹੈਗਾ ਉਹ ਹੈਗਾ ਕਿ ਪ੍ਰੋਗਰਾਮ ਹੈ ਜਿਹੜਾ ਉਹ ਇਹ ਹੈ ਕਿ ਪਹਿਲੇ ਘੰਟੇ ਦੇ ਵਿੱਚ ਸਾਡੇ ਜਿਹੜੇ ਸਟੂਡੀਓ 'ਚ ਮਹਿਮਾਨ ਨੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਔਨ ਬ੍ਰਿਟਿਸ਼ ਪੋਲੀਟਿਕਸ। ਔਰ ਦੂਸਰੇ ਟੌਪਿਕ ਦੇ ਵਿੱਚ ਸਾਡੇ ਜਿਹੜੇ ਮਹਿਮਾਨ ਹੈਗੇ ਨੇ ਸ਼੍ਰੀ ਬਲਵੰਤ ਕਪੂਰ ਜੀ। ਬਲਵੰਤ ਕਪੂਰ IOC ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰੈਜ਼ੀਡੈਂਟ ਹੈਗੇ ਨੇ ਔਰ ਫਰੀडम ਫਾਈਟਰ ਵੀ ਨੇ। ਉਹਨਾਂ ਦੀ ਚੰਗੀ ਤਕੜੀ ਹਿਸਟਰੀ ਹੈ ਦੋਸਤੋ। ਉਹਨਾਂ ਦੇ ਨਾਲ ਆਪਾਂ ਦੂਸਰੇ ਘੰਟੇ ਵਿੱਚ ਗੱਲਬਾਤ ਕਰਾਂਗੇ। ਔਰ ਦੂਸਰੇ ਘੰਟੇ ਦੇ ਵਿੱਚ ਸਾਡਾ ਜਿਹੜਾ ਟੌਪਿਕ ਹੋਏਗਾ ਮੈਂ ਫੇਰ ਦੱਸਾਂਗਾ, ਮੈਂ ਥੋੜ੍ਹਾ ਜਿਹਾ ਬਰੀਫਲੀ ਦੱਸ ਦੇਵਾਂ ਕਿ ਦੂਸਰੇ ਘੰਟੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਜਿਹੜੇ ਸ਼ਹੀਦ ਹੋਏ ਨੇ, ਜਿੱਦਾਂ ਸ਼ਹੀਦ ਭਗਤ ਸਿੰਘ ਹੈ, ਉਹ 23 ਮਾਰਚ 1931 ਨੂੰ ਉਹਨਾਂ ਨੂੰ ਫਾਂਸੀ ਲਗਾ ਦਿੱਤਾ ਗਿਆ ਸੀ ਰਾਜਗੁਰੂ ਔਰ ਸੁਖਦੇਵ ਦੇ ਨਾਲ। ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ। ਕਿਆ ਅਸੀਂ ਇੰਡੀਅਨ ਲੋਕ ਹਾਂ ਜਿਹੜੇ ਜਾਂ ਪਾਕਿਸਤਾਨੀ ਲੋਕ ਹਾਂ ਜਿਹੜੇ ਉਹਨਾਂ ਦੀ ਜਿਹੜੀ ਕੁਰਬਾਨੀ ਹੈ ਉਹਨੂੰ ਰਿਕਗਨਾਈਜ਼ ਕਰਦੇ ਹਾਂ ਕਿ ਨਹੀਂ, ਇਹ ਦੂਸਰੇ ਘੰਟੇ 'ਚ ਹੋਏਗਾ। ਲੇਕਿਨ ਪਹਿਲੇ ਘੰਟੇ ਦੇ ਵਿੱਚ ਸਾਡੇ ਜਿਹੜੇ ਮਹਿਮਾਨ ਹੈਗੇ ਨੇ ਉਹ ਹੈਗੇ ਡਾਕਟਰ ਅਸ਼ੋਕ ਕੁਮਾਰ, ਮੈਂਬਰ ਪਾਰਲੀਮੈਂਟ। ਔਰ ਉਹ ਜਿਹੜੇ ਕੌਂਸਟੀਟੂਐਂਸੀ ਉਹਨਾਂ ਦੀ ਉਹ ਹੈਗੀ ਆ ਮਿਡਲਬਰਾ ਸਾਊਥ ਐਂਡ ਈਸਟ ਕਲੀਵਲੈਂਡ। ਔਰ ਉਹ ਇਹੋ ਜਿਹਾ ਏਰੀਆ ਹੈਗਾ ਜਿੱਥੇ 98.7% ਔਰ 6% ਜਿਹੜੇ ਲੋਕ ਹੈਗੇ ਨੇ ਉਹ ਵਾਈਟ ਲੋਕ ਹੈ। ਔਰ ਉਹਨਾਂ ਵਾਈਟ ਲੋਕਾਂ ਨੇ ਡਾਕਟਰ ਅਸ਼ੋਕ ਕੁਮਾਰ ਨੂੰ ਆਪਣਾ ਮੈਂਬਰ ਪਾਰਲੀਮੈਂਟ ਚੁਣਿਆ ਔਰ ਇਹਨਾਂ ਪਿਛਲੇ 12 ਸਾਲ ਤੋਂ ਇਹ ਉੱਥੇ ਮੈਂਬਰ ਪਾਰਲੀਮੈਂਟ ਚਲੇ ਆ ਰਹੇ ਨੇ। 10 ਸਾਲ ਉਸ ਤੋਂ ਪਹਿਲਾਂ ਇਹ ਕੌਂਸਲਰ ਵੀ ਉੱਥੇ ਰਹੇ ਨੇ। ਆਪਾਂ ਇਹਨਾਂ ਦਾ ਸਵਾਗਤ ਕਰਦੇ ਹਾਂ, ਇਹਨਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਦੋਸਤੋ। ਡਾਕਟਰ ਅਸ਼ੋਕ ਕੁਮਾਰ ਜੀ, ਸਾਡੇ ਸਟੂਡੀਓ 'ਚ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਠੀਕ ਹੋ ਜੀ? ਜੀ ਬਸ ਅੱਛਾ। ਮਿਹਰਬਾਨੀ। ਇਹ ਪਹਿਲੀ ਵਾਰ ਹੈ ਕਿ ਮੈਂ ਤੁਹਾਨੂੰ ਇੰਟਰਵਿਊ ਕਰ ਰਹੇ ਹਾਂ। ਪਹਿਲਾਂ ਕਦੇ ਇਤਫਾਕ ਨਹੀਂ ਹੋਇਆ। ਮੈਨੂੰ ਯਾਦ ਨਹੀਂ ਕਿ ਮੈਂ ਤੁਹਾਨੂੰ ਕਦੇ ਇੰਟਰਵਿਊ, ਮੇਰੇ ਖਿਆਲ ਨਾਲ ਰੇਡੀਓ ਤੇ ਇੱਕ ਵਾਰੀ ਕੀਤਾ ਸੀ, ਟੈਲੀਫੋਨ ਤੇ ਥੋੜਾ ਜਿਹਾ ਬਰੀਫਲੀ ਹਾਂਜੀ। ਪਰ ਇੱਥੇ ਕਦੇ ਆਪਾਂ ਨੂੰ ਚਾਂਸ ਨਹੀਂ ਮਿਲਣ ਦਾ। ਸਨਰਾਈਜ਼ ਰੇਡੀਓ ਤੇ ਸੀਗਾ ਤਾਂ, ਪਰ ਟੈਲੀਵਿਜ਼ਨ ਤੇ ਪਹਿਲੀ ਵਾਰੀ ਸੀ। ਠੀਕ ਹੈ। ਸਨਰਾਈਜ਼ ਟੈਲੀਵਿਜ਼ਨ ਵੈਸੇ ਵੀ 1 ਸਾਲ ਹੀ ਹੋਇਆ ਸਾਨੂੰ ਸ਼ੁਰੂ ਕੀਤਾ। 1 ਸਾਲ ਵਿੱਚ ਹੀ ਸਨਰਾਈਜ਼ ਟੈਲੀਵਿਜ਼ਨ ਦੀ ਪਪੂਲੈਰਿਟੀ ਹੈ ਜਿਹੜੀ ਉਹ ਇਸ ਕਦਰ ਵੱਧ ਗਈ ਹੈ ਕਿ ਜਿੱਥੇ ਵੀ ਕਿਤੇ ਤੁਸੀਂ ਬਾਹਰ ਲੋਕਾਂ ਨਾਲ ਗੱਲ ਕਰੋ ਉਹ ਸਭ ਜਾਣਦੇ ਨੇ ਕਿ ਸਨਰਾਈਜ਼ ਟੈਲੀਵਿਜ਼ਨ ਦੇ ਜਿਹੜੇ ਪ੍ਰੋਗਰਾਮ ਇੰਨੇ ਖੂਬਸੂਰਤ ਵਧੀਆ ਹੁੰਦੇ ਨੇ ਜੀ। ਬਹੁਤ ਸਕਸੈਸ ਬਣਾਇਆ ਸਨਰਾਈਜ਼ ਰੇਡੀਓ ਔਰ ਟੈਲੀਵਿਜ਼ਨ ਵੀ। ਹਾਂ, ਟੈਲੀਵਿਜ਼ਨ ਔਰ ਸਨਰਾਈਜ਼ ਟੈਲੀਵਿਜ਼ਨ ਤੇ ਤੁਸੀਂ ਅੱਜ ਜਿਹੜੀ ਆਪਾਂ ਗੱਲਬਾਤ ਕਰਾਂਗੇ ਦੋਸਤੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਦਾ ਜਿਹੜਾ ਟੌਪਿਕ, ਸਬਜੈਕਟ, ਮੌਜੂ, ਵਿਸ਼ਾ ਹੋਏਗਾ ਉਹ ਇਹ ਹੋਏਗਾ ਪਹਿਲੇ ਘੰਟੇ ਦੇ ਵਿੱਚ ਕਿ ਸਾਡੇ ਜਿਹੜੇ ਯੰਗਸਟਰ ਹੈਗੇ ਨੇ, ਕੁੜੀਆਂ ਜਾਂ ਮੁੰਡੇ, ਨੌਜਵਾਨ ਜਿਹੜੇ ਹੈਗੇ ਨੇ, ਉਹ ਜਿਹੜੀ ਮੇਨ ਸਟ੍ਰੀਮ ਪੋਲੀਟਿਕਸ ਹੈ ਇਸ ਕੰਟਰੀ ਦੀ ਉਹਦੇ ਵਿੱਚ ਕਿਉਂ ਨਹੀਂ ਜ਼ਿਆਦਾ ਆਉਂਦੇ। ਔਰ ਮੈਂ ਵੀ ਨਾਲ ਹੀ ਪੁੱਛਣਾ ਚਾਹੁੰਦਾ ਕਿ ਜਿਹੜੇ ਪੇਰੈਂਟਸ ਹੈਗੇ ਆ ਉਹਨਾਂ ਨੂੰ ਇਨਕਰੇਜ ਕਰਦੇ ਕਿ ਨਹੀਂ ਕਿ ਮੇਨ ਸਟ੍ਰੀਮ ਪੋਲੀਟਿਕਸ ਵਿੱਚ ਤੁਸੀਂ ਜਾਓ। ਇਹ ਸਵਾਲ ਸਾਡਾ ਹੋਏਗਾ। ਔਰ ਇਹਦੇ ਨਾਲ ਹੀ ਇਹ ਵੀ ਸਵਾਲ ਹੋਏਗਾ ਕਿ ਜਿਹੜੇ ਫਸਟ ਜਨਰੇਸ਼ਨ ਦੇ ਜਿਹੜੇ ਇਮੀਗ੍ਰੈਂਟ ਹੈਗੇ ਆ ਉਹ ਤਾਂ ਬੜੇ ਮਤਲਬ ਹੌਸਲੇ ਦੇ ਨਾਲ ਮੇਨ ਸਟ੍ਰੀਮ ਪੋਲੀਟਿਕਸ 'ਚ ਆਉਣਾ ਚਾਹੁੰਦੇ ਨੇ। ਮਤਲਬ ਕੌਂਸਲਰ, ਬੇਸ਼ੁਮਾਰ ਕੌਂਸਲਰ ਹੈਗੇ ਨੇ ਜਿਹੜੇ ਬੋਰਨ ਇੰਡੀਆ ਔਰ ਪਾਕਿਸਤਾਨ ਦੇ ਵਿੱਚ ਹੋਏ ਨੇ। ਲੇਕਿਨ ਜਿਹੜੇ ਸਾਡੇ ਇੱਥੇ ਜੰਮੇ ਪਲੇ ਲੜਕੇ ਔਰ ਲੜਕੀਆਂ ਹੈਗੇ ਉਹ ਘੱਟ ਆ ਰਹੇ ਪੋਲੀਟਿਕਸ। ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਤੁਸੀਂ ਸਾਨੂੰ ਟੈਲੀਫੋਨ ਕਰ ਸਕਦੇ ਹੋ। ਸਾਡਾ ਟੈਲੀਫੋਨ ਜਿਹੜਾ ਹੈਗਾ ਉਹ ਹੈਗਾ 0845136840 0845136840 ਔਰ ਲੋਕਲ ਕਾਲ ਹੈ। ਅਗਰ ਤੁਸੀਂ ਟੈਲੀਫੋਨ ਕਰੋਗੇ ਤੁਹਾਡੀ ਕਾਲ ਜਿੱਦਾਂ ਪਹਿਲਾਂ ਆਏਗੀ ਉਸੇ ਤਰ੍ਹਾਂ ਮੈਂ ਲਵਾਂਗਾ। ਕਿਸੇ ਨਾਲ ਕੋਈ ਫੇਵਰ ਨਹੀਂ ਹੈ, ਫਸਟ ਕਮ ਫਸਟ ਸਰਵਡ। ਡਾਕਟਰ ਅਸ਼ੋਕ ਕੁਮਾਰ ਜੀ, ਤੁਸੀਂ ਜਿਸ ਏਰੀਆ ਤੋਂ ਮੈਂਬਰ ਪਾਰਲੀਮੈਂਟ ਚਲੇ ਆਉਂਦੇ ਹੋ, ਮਿਡਲਬਰਾ ਈਸਟ ਤੇ ਮਿਡਲਬਰਾ ਸਾਊਥ ਤੇ ਈਸਟ ਕਲੀਵਲੈਂਡ ਤੋਂ, ਜਿਵੇਂ ਮੈਂ ਆਪਣੀ ਇੰਟਰੋਡਕਸ਼ਨ ਵਿੱਚ ਕਿਹਾ ਕਿ ਉੱਥੇ 97 ਜਾਂ 98% ਸਮਥਿੰਗ ਜਿਹੜੇ ਵਾਈਟ ਲੋਕ ਹੈਗੇ ਨੇ, ਮਤਲਬ ਗੋਰੇ ਲੋਕ ਹੈਗੇ ਆ। ਤੁਸੀਂ ਜਦੋਂ ਉੱਥੇ ਪਹਿਲਾਂ ਕੌਂਸਲਰ ਬਣੇ, ਫਿਰ ਤੁਸੀਂ ਮੈਂਬਰ ਪਾਰਲੀਮੈਂਟ ਬਣੇ, ਪਹਿਲੀ ਗੱਲ ਤਾਂ ਇਹ ਹੈ ਕਿ ਤੁਹਾਡਾ ਅਸਲ 'ਚ ਪਿਛੋਕੜ ਆ ਜਿਹੜਾ ਉਹ ਡਰਬੀ ਆ। ਹਾਂਜੀ, ਮੈਂ ਡਰਬੀ 'ਚ ਰੇਜ਼ ਹੋਇਆ। ਮੈਂ ਡਰਬੀ 'ਚ ਪੜ੍ਹੇ ਲਿਖੇ ਆ ਤਾਂ ਉੱਥੇ ਹੀ ਮੈਂ ਜੁਆਇਨ ਹੋਇਆ ਸੀਗਾ ਲੇਬਰ ਪਾਰਟੀ 'ਚ। ਇਹ ਲੇਬਰ ਪਾਰਟੀ ਦੀ ਬਹੁਤ ਲੰਬੀ ਕਹਾਣੀ ਆ ਮੈਂ ਜਦੋਂ ਜੁਆਇਨ ਹੋਇਆ, ਪਰ ਇੰਟਰਸਟਿੰਗ ਕਹਾਣੀ ਹੈ ਕਿਉਂਕਿ ਉਸ ਵੇਲੇ ਜਿਸ ਵੇਲੇ ਮੈਂ 15 ਸਾਲਾਂ ਸੀਗਾ, ਮੈਂ ਕੋਈ
ਇੱਕ ਜੌਬ ਟੋਲਦਾ ਸੀਗਾ ਮੈਨੂੰ, ਤਾਂ ਜੌਬ ਟੋਲਣਾ ਬੜੀ ਮੁਸ਼ਕਿਲ ਸੀਗੀ। ਤਾਂ ਕਿਉਂਕਿ ਮੇਰੇ ਕੋਲ ਥੋੜੇ ਜਿਹੇ O ਲੈਵਲ ਸੀਗੇ, ਤਾਂ ਮੈਂ ਜਿੱਥੇ ਵੀ ਜਾਵਾਂ ਮੈਨੂੰ EMPLOYER ਕਹਿਣ ਯੂ ਆਰ ਓਵਰ ਕੁਆਲੀਫਾਈਡ। ਮੈਂ ਕਿਹਾ ਬਈ ਇਹ ਕੀ ਗੱਲ ਆ, ਅੰਡਰ ਕੁਆਲੀਫਾਈਡ ਤਾਂ ਮੈਂ ਸਮਝਦਾ ਆ ਪਰ ਓਵਰ ਕੁਆਲੀਫਾਈਡ ਮੈਂ ਨਹੀਂ ਸਮਝਦਾ। ਪਰ ਉਹਦਾ ਜਿਹੜਾ ਕੋਡਡ ਮੈਸੇਜ ਸੀ ਨਾ, ਰੇਸਿਜ਼ਮ ਸੀਗਾ, ਪਰ ਓਵਰ ਕੁਆਲੀਫਾਈਡ ਉਹ ਯੂਜ਼ ਕਰਦੇ ਸੀਗੇ। ਤਾਂ ਬਿਕਾਜ਼ ਵੀ ਹੈਵ ਗੋਨ ਥਰੂ ਐਜ਼ ਵੈਲ, ਕਿਉਂਕਿ ਮੈਂ ਫਸਟ ਜਨਰੇਸ਼ਨ ਦਾ ਇਮੀਗ੍ਰੈਂਟ ਹਾਂ ਔਰ ਅਸੀਂ ਵੀ ਉੱਥੋਂ ਗ੍ਰੈਜੂਏਸ਼ਨ ਕਰਕੇ ਪੜ੍ਹ ਲਿਖ ਕੇ ਇੱਥੇ ਆਏ, ਤੇ ਜਿਹੜੇ ਜੌਬ ਲੱਭਣ ਜਾਂਦੇ ਸੀ ਉਹ ਸਾਨੂੰ ਇਹੀ ਗੱਲ ਕਹਿੰਦੇ ਸੀ ਕਿ ਯੂ ਆਰ ਓਵਰ ਕੁਆਲੀਫਾਈਡ। ਤੇ ਅਸੀਂ ਸੋਚਿਆ ਕਿ ਅਸੀਂ ਕਿਉਂਕਿ ਗ੍ਰੈਜੂਏਟ ਆ ਔਰ ਇਹ ਜਿਹੜੀ ਜੌਬ ਅੰਦਰ ਹੈ ਇੱਥੇ ਪਤਾ ਨਹੀਂ ਉਹ ਫੈਕਟਰੀ ਦਾ ਹੀ ਕੰਮ ਹੁੰਦਾ, ਇਸ ਕਰਕੇ ਸ਼ਾਇਦ ਇਹ ਕਹਿੰਦੇ ਹੋਣਗੇ। ਪਰ ਜਿਹੜਾ ਕੋਡਡ ਮੈਸੇਜ, ਯੂ ਆਰ ਐਬਸੋਲੂਟਲੀ ਰਾਈਟ, ਕੋਡਡ ਮੈਸੇਜ ਹੁੰਦਾ। ਟਾਕਿੰਗ ਅਬਾਊਟ ਦਾ ਕੋਡਡ ਮੈਸੇਜ, ਉਸ ਮੈਸੇਜ ਦੇ ਨਾਲ ਤੁਹਾਨੂੰ ਇਹ ਅਹਿਸਾਸ ਹੋਇਆ ਕਿ ਸਾਡੇ ਨਾਲ ਪ੍ਰੈਜੁਡਿਸ ਇਸ ਕੰਟਰੀ 'ਚ ਹੁੰਦਾ? ਜੀ ਮੈਂ ਰੀਅਲਾਈਜ਼ ਨਹੀਂ ਕੀਤਾ ਸੀ ਉਸ ਵੇਲੇ ਕਿ ਮੇਰੇ ਨਾਲ ਰੇਸਿਜ਼ਮ ਹੋ ਰਿਹਾ, ਪਰ ਮੈਨੂੰ ਮਾੜਾ ਜਿਹਾ ਕੰਸਰਨ ਹੋ ਗਿਆ ਸੀ। ਪਰ ਉਸੇ ਵੇਲੇ ਉਸ ਸਮੇਂ ਵਿੱਚ ਕਿਸੇ ਨੇ ਮੈਨੂੰ ਇੱਕ ਨਿਊਜ਼ਪੇਪਰ ਦਿੱਤਾ, ਨਿਊਜ਼ਪੇਪਰ ਸੀਗਾ ਲਿਬਰ ਪਾਰਟੀ ਨਿਊਜ਼ਪੇਪਰ। ਤਾਂ ਮੈਂ ਕਿਹਾ ਮੈਨੂੰ ਜੌਬ ਦੇ ਦੇਗਾ ਇਹ? ਉਹ ਕਹਿੰਦਾ ਨਹੀਂ, ਇਟ ਵਿਲ ਹੈਲਪ ਯੂ ਇਨ ਲਾਈਫ। ਤਾਂ ਉਹਦੇ ਜਿਹੜੇ ਮੈਂ ਪੜ੍ਹਿਆ ਸਲੋਲੀ ਨਾ, ਜਦੋਂ ਤੁਹਾਨੂੰ ਪੋਲੀਟੀਕਲ ਓਪਨਿੰਗ ਤੁਹਾਡਾ ਮਾਈਂਡ ਖੁੱਲਦਾ, ਦੈਨ ਯੂ ਰੀਅਲਾਈਜ਼ ਵਾਟ ਇਜ਼ ਹੈਪਨਿੰਗ ਅੰਡਰਨੀਥ। ਐਂਡ ਉਹਦਾ ਮੈਸੇਜ ਸੀਗਾ ਕਿ ਦੇਰ ਇਜ਼ ਰੇਸਿਜ਼ਮ ਵਿਦਿਨ ਆਵਰ ਸੋਸਾਇਟੀ ਐਂਡ ਦੈਟਸ what was happening now. Dr. Ashok Kumar, you are highly qualified. ਤੁਸੀਂ ਮਤਲਬ ਵੇਰੀਅਸ ਤੁਹਾਡੀ ਜਿਹੜੀ ਕੁਆਲੀਫਿਕੇਸ਼ਨ ਹੈ ਉਹਨੂੰ ਤੁਸੀਂ ਆਪਣੇ ਲਫ਼ਜ਼ਾਂ ਵਿੱਚ ਦੱਸੋ ਕਿ ਤੁਸੀਂ you are a scientist. Basically you are a scientist, really. Well, I studied ਜਿੱਦਾਂ ਹੁਣ O level, A level, I went to university, Aston University, Birmingham. I did chemical engineering degree. ਤਾਂ ਨਾਲੇ ਫਿਰ ਮੈਂ ਡਾਕਟਰੇਟ ਕੀਤੀ in engineering. Yes. And ਫਿਰ I used to teach at Imperial College, London University. And from there I went to work in industry. ਤਾਂ Middlesbrough, from London ਵੀ ਮੈਂ ਗਿਆ ਸੀਗਾ। And there I finished up working in research in steel industry. And 6 ਮਹੀਨੇ ਵਾਲੇ ਸੀ, but I never came back to London. I stayed there and the rest is, as they say, it's been my life in Middlesbrough. Okay, ਜਿਸ ਤਰ੍ਹਾਂ ਮੈਂ ਆਪਣੀ ਇੰਟਰੋਡਕਸ਼ਨ ਕਿਹਾ ਕਿ ਉੱਥੇ ਜ਼ਿਆਦਾਤਰ ਜਿਸ ਏਰੀਆ 'ਚੋਂ ਤੁਸੀਂ ਮੈਂਬਰ ਪਾਰਲੀਮੈਂਟ ਹੋ ਉੱਥੇ ਜ਼ਿਆਦਾਤਰ ਗੋਰੇ ਹੈਗੇ ਨੇ, ਮੈਜੋਰਟੀ ਆਰ ਗੋਰੇ। ਆਪਣੇ ਬਿਲਕੁਲ ਹੀ ਕਿੰਨੇ 100-150 ਘਰ ਮਸੀ ਹੋਊਗਾ ਸ਼ਾਇਦ ਜੀ। ਸਾਡੇ ਪੰਜਾਬੀ ਫੈਮਿਲੀ 80-90 ਪੰਜਾਬੀ ਫੈਮਲੀਆਂ ਹੋਣੀਆਂ, ਤਾਂ ਬਾਕੀ ਲੋਟ ਆਫ ਪਾਕਿਸਤਾਨੀ ਮੀਰਪੁਰ ਤੋਂ ਤਾਂ 40-50 ਐਫਰੋ ਕੈਰੇਬੀਅਨ ਹੈ। ਬਸ ਇੰਨੇ ਕੀ ਹੈ। ਅੱਛਾ, ਤੁਸੀਂ ਵਿਦ ਯੂਅਰ ਐਂਡ ਮਾਈਂਡ ਕਲਰ ਇੱਕ ਮਤਲਬ ਜਿਹੜੀ ਇਸ ਗੱਲ ਪਹਿਲਾਂ ਕੋਡਡ ਮੈਸੇਜ ਦੀ ਵੀ ਕਰ ਚੁੱਕੇ, ਉਹਦੇ ਪਿੱਛੇ ਬੈਕਗਰਾਉਂਡ 'ਚ ਇਹ ਹੈਗਾ ਕਿ whether we are accepted or not, but yours is in a very exceptional situation ਹੈ। ਪਰਮਜੀਤ ਢਾਂਡਾ ਵੀ ਗਲੋਸਟਰ ਦੇ ਵਿੱਚ ਉਹ ਇਸੇ ਸਿਚੁਏਸ਼ਨ 'ਚ, ਪਰ ਉਹ ਜਦੋਂ ਇੱਥੇ ਆਉਣਗੇ ਉਹਨਾਂ ਨਾਲ ਫਿਰ ਉਹ ਗੱਲ ਹੋਏਗੀ। ਤੁਹਾਨੂੰ ਉਸ ਤਰ੍ਹਾਂ ਕਿਸ ਤਰ੍ਹਾਂ ਲੋਕਾਂ ਨੇ ਉੱਥੇ ਪਰਸੀਵ ਕੀਤਾ, ਰਿਸੀਵ ਕੀਤਾ ਕਿ ਤੁਹਾਡੀ ਬੀਇੰਗ ਆਫ ਡਿਫਰੈਂਟ ਕਲਰ ਐਨ ਏਸ਼ੀਅਨ, ਤੁਹਾਨੂੰ ਕੀ ਮਤਲਬ ਮੁਸ਼ਕਲਾਂ ਆਈਆਂ ਉੱਥੇ? ਜੀ ਪਹਿਲਾਂ ਹੁਣ ਤਾਂ ਬਹੁਤ ਡਿਫਰੈਂਟ ਸਮਾਂ, ਪਰ ਜਿਸਲੇ ਮੈਂ ਸ਼ੁਰੂ ਹੋਇਆ ਸੀਗਾ ਪਾਰਲੀਮੈਂਟਰੀ ਨੋਮੀਨੇਸ਼ਨ ਸਿਲੈਕਟ ਹੋਇਆ ਸੀ, ਪਹਿਲਾਂ ਤਾਂ ਪਾਰਟੀ ਨੋਮੀਨੇਸ਼ਨ ਲੈਣਾ ਬੜਾ ਮੁਸ਼ਕਲ ਸੀਗਾ। 70 ਬੰਦਿਆਂ ਨੇ ਅਪਲਾਈ ਕੀਤਾ, 6 ਸ਼ੋਰਟ ਲਿਸਟਡ। ਪਰ ਉਸ ਵੇਲੇ ਲੋਟ ਆਫ ਪਾਰਟੀਜ਼ ਵੀ ਬੜੀ ਡਿਫਿਕਲਟੀਆਂ ਸੀਗੀਆਂ, ਕਿਉਂਕਿ ਸਾਰੇ ਇਹ ਕਹਿੰਦੇ ਸੀਗੇ ਹੀ ਇਜ਼ ਨਾਟ ਦ ਰਾਈਟ ਮੈਨ ਫॉर ਦਿਸ ਸੀਟ। ਇਹ ਪਾਰਟੀ ਕਹਿੰਦੇ, ਇਹ ਨਹੀਂ ਕਹਿੰਦੇ ਸੀਗੇ ਕਿ ਮੈਂ ਦਿਸ ਨਾਟ that ਮੈਂ ਬਰਾਊਨ ਹੈ, ਬਲੈਕ ਹੈ, ਪਰ ਇਹ ਕਹਿੰਦੇ ਸੀ ਹੀ ਇਜ਼ ਨਾਟ ਦ ਰਾਈਟ ਮੈਨ ਫॉर ਦ ਸੀਟ। ਤਾਂ ਮੈਨੂੰ ਕਹਿੰਦੇ ਸੀਗੇ ਤੂੰ ਬ੍ਰੈਡਫੋਰਡ ਜਾ, ਤੂੰ ਬਰਮਿੰਗਮ ਜਾ, ਤੂੰ ਲੈਸਟਰ ਜਾ। ਮੈਂ ਉਹਨਾਂ ਨੂੰ ਕਹਿੰਦਾ ਸੀ ਮੈਂ ਕਿਉਂ ਜਾਵਾਂ, ਮੈਂ ਇੱਥੇ ਕੰਮ ਕਰਦਾ ਆ, ਇੱਥੇ ਰਹਿਣਾ ਆ, ਇੱਥੇ ਟੈਕਸ ਪੇ ਕਰਦਾ ਆ, ਦੈਨ ਆਈ ਵਾਂਟ ਨੋਮੀਨੇਸ਼ਨ ਇੱਥੇ। ਜੇ ਤੁਸੀਂ ਮੈਨੂੰ ਨਹੀਂ ਸਿਲੈਕਟ ਕਰਨਾ ਤਾਂ ਨਾ ਕਰੋ, ਪਰ ਮੈਂ ਕਿਤੇ ਹੋਰ ਸੀਟ ਨਹੀਂ ਦੇਖਣੀ, ਇੱਥੇ ਹੀ ਰਹਿਣਾ। ਪਰ ਇਨ ਦੀ ਐਂਡ ਆਈ ਵਾਜ਼ ਸਿਲੈਕਟਡ ਐਂਡ ਬੜੀ ਮੁਸ਼ਕਿਲ ਸੀ ਉਸ ਵੇਲੇ ਸਿਲੈਕਸ਼ਨ। ਆਈ ਓਨਲੀ ਵਨ ਇਟ ਬਾਈ 1%। ਜੇ 3-4 ਬੰਦੇ ਸਵਿਚ ਸਾਈਡ ਆਈ ਵੁਡ ਹੈਵ ਗਾਟ ਦ ਨੋਮੀਨੇਸ਼ਨ। ਪਰ ਨਾਲੇ ਸਿਲੈਕਸ਼ਨ ਤਾਂ ਬੜੀ ਡਿਫਿਕਲਟ। ਜਿਹੜੇ ਇਲੈਕਸ਼ਨ ਦੇ ਹੋਏ ਉਹ ਫਿਰ ਗੱਲ ਸ਼ੁਰੂ ਹੋਈ, ਜਿੱਥੇ ਸਾਰੇ ਮਤਲਬ ਜਿਹੜੇ ਸਾਡੇ ਅਪੋਨੈਂਟ ਸੀ ਕੰਜ਼ਰਵੇਟਿਵ ਪਾਰਟੀ, ਉਹ ਕਹਿੰਦੇ ਹੀ ਇਜ਼ ਨਾਟ ਦ ਰਾਈਟ ਮੈਨ ਫॉर ਦਿਸ ਸੀਟ। ਨਾਲੇ ਇਹ ਨਾ ਕਹਿਣ ਕਿ ਦੈਟ ਹੀ ਇਜ਼ ਏਸ਼ੀਅਨ, ਹੀ ਇਜ਼ ਨਾਟ ਦ ਰਾਈਟ ਮੈਨ। ਪਰ ਸਾਨੂੰ ਐਕਸਪੀਰੀਅੰਸ ਸੀਗਾ ਕਿ ਹਾਊ ਟੂ ਡੀਲ ਵਿਦ ਦੀ ਇਸ਼ੂ। ਜਿਸ ਵੇਲੇ ਸਿਲੈਕਸ਼ਨ 'ਚ ਬੈਟਲ ਹੋਇਆ ਸੀਗਾ, ਸੋ ਵਨ ਦੀ ਟਾਈਮ ਕੇਮ ਨਾ ਫॉर ਦੀ ਇਲੈਕਸ਼ਨ, ਦਿਸ ਇਜ਼ ਦ ਕੰਜ਼ਰਵੇਟਿਵ ਸਪਿਨ ਨਾ ਕਿ ਦੈਟ ਹੀ ਇਜ਼ ਨਾਟ ਦ ਰਾਈਟ ਮੈਨ ਫॉर ਦਿਸ।
ਪਰ ਉਹਨਾਂ ਨੇ ਪਹਿਲੇ ਇਲੈਕਸ਼ਨ 'ਚ ਬਾਈ ਇਲੈਕਸ਼ਨ 'ਚ ਯੂਜ਼ ਕੀਤਾ ਸੀ ਉਹ ਤੋਂ ਮਗਰੋਂ ਬਟ ਵੀ ਵਨ ਦਾ ਬਾਈ ਇਲੈਕਸ਼ਨ ਪਰ ਉਹ ਤੋਂ ਮਗਰੋਂ ਦੇ ਹੈਵ ਨੈਵਰ ਯੂਜ਼ਡ ਇਟ ਅਗੇਨ ਨਾ ਦੈਟ ਹੀ ਇਜ਼ ਨਾਟ ਦ ਰਾਈਟ ਮੈਨ ਬਿਕਾਜ਼ ਅੱਗੇ ਉਹਨਾਂ ਨੇ ਮੈਨੂੰ 4 ਵਾਰੀ ਇਲੈਕਟ ਕੀਤਾ ਹੈ। ਸੋ ਬੇਸਿਕਲੀ ਇਹ ਕਹਿਣਾ ਚਾਹੀਦਾ ਕਿ ਇੱਕ ਸਟੀਰੀਓਟਾਈਪ ਇਮੇਜ ਹੁੰਦਾ ਇਹਨਾਂ ਲੋਕਾਂ ਦਾ ਸਾਡੇ 'ਚ ਵੀ ਹੈਗਾ ਅਸੀਂ ਸਟੀਰੀਓਟਾਈਪ ਇਮੇਜ ਗੋਰਿਆਂ ਬਾਰੇ ਅਸੀਂ ਇਹ ਲੈ ਲੈਂਦੇ ਹਾਂ। ਹੁਣ ਜਿਵੇਂ ਹੁਣ ਤੁਹਾਡੀ ਸਿਚੁਏਸ਼ਨ ਹੈਗੀ ਆ ਅਸੀਂ ਸੋਚਾਂਗੇ ਭਈ ਉਹ ਯਾਰ ਉਸ ਇਲਾਕੇ 'ਚੋਂ ਨਹੀਂ ਅਸੀਂ ਖੜ ਸਕਦੇ ਮੈਨੂੰ ਚੁਣਨਾ ਨਹੀਂ ਉਹਨਾਂ ਨੂੰ ਕਿਉਂਕਿ ਮੇਰਾ ਰੰਗ ਡਿਫਰੈਂਟ ਹੈ। ਸੋ ਦੀਜ਼ ਆਰ ਦਾ ਸਟੀਰੀਓਟਾਈਪ ਇਮੇਜਸ ਹੁੰਦੇ ਹਰ ਕਮਿਊਨਿਟੀ ਦੇ। ਸੋ ਤੁਹਾਡੇ ਬਾਰੇ ਇੱਕ ਸਟੀਰੀਓਟਾਈਪ ਇਮੇਜ ਸੀਗਾ ਕਿ ਇਹ ਬੰਦਾ ਅਗਰ ਬ੍ਰੈਡਫੋਰਡ ਤੋਂ ਖੜਾ ਹੋਵੇ ਡਰਬੀ ਤੋਂ ਖੜਾ ਹੋਵੇ ਕਵੈਂਟਰੀ ਤੋਂ ਖੜਾ ਹੋਵੇ ਸਾਊਥ ਤੋਂ ਖੜਾ ਹੋਵੇ ਹੀ ਵਿਲ ਬੀ ਬੈਟਰ ਆਫ। ਸੋ ਦੈਟ ਵਾਸ ਦਾ ਸਟੀਰੀਓਟਾਈਪ ਇਮੇਜ। ਜੀ ਪਰ ਸਾਰੇ ਮੈਨੂੰ ਉਧਰ ਨੂੰ ਪੁਸ਼ ਕਰ ਰਹੇ ਸੀਗੇ ਮੇਰੇ ਬੈਸਟ ਫਰੈਂਡਸ ਮੈਨੂੰ ਕਹਿ ਰਹੇ ਸੀਗੇ ਕਿ ਤੂੰ ਉੱਥੇ ਜਾ ਇਸ ਮਚ ਬੈਟਰ ਚਾਂਸ ਫॉर ਯੂ ਟੂ ਗੈਟ ਸਿਲੈਕਟਡ। ਮੇਰੀ ਨਾ ਜਿਹੜੀ ਸਟਬਨਨੈਸ ਜਿਹਨੂੰ ਕਹਿੰਦੇ ਆ ਨਾ ਮੈਨੂੰ ਪੰਜਾਬੀ 'ਚ ਲਫ਼ਜ਼ ਨਹੀਂ ਪਤਾ ਪਰ ਸਟਬਨਨੈਸ ਨਾ ਕਿ ਦੈਟ ਮੈਂ ਕਿਤੇ ਹੋਰ ਸੀਟ ਨਹੀਂ ਟੋਲਣੀ ਮੈਂ ਆਈ ਰਿਪਰੈਜ਼ੈਂਟ ਜੇ ਮੈਨੂੰ ਨਹੀਂ ਸਿਲੈਕਟ ਕਰਨਾ ਨਾ then do not select me. But the thing is kyunki that in that way na my determination that I'm sure it paid off now because I didn't मैं और कोई seat ले नहीं गया but in the end the it's politics na ji is about winning hearts and minds. ਕਦੇ ਤੁਹਾਨੂੰ ਕਿਸੇ ਗੋਰੇ constituent ਨੇ ਇਹ ਵੀ ਕਿਹਾ ਕਿ when we elect you will you talk about the Asian issues more or will you talk about the constituency issues? ਜੀ ਇਹ ਜਿੱਲੇ ਮੈਂ ਇਲੈਕਟ ਹੋਇਆ ਨਾ ਇਹ ਇਸ਼ੂ ਕਈ ਵਾਰੀ ਇਮਰਜ ਹੋਏ। ਇਹ 1991 ਦੀ ਗੱਲ ਹੈ ਜਿੱਲੇ ਮੈਂ ਬਾਈ ਇਲੈਕਸ਼ਨ ਪਹਿਲੇ ਖੜਾ ਹੋਇਆ ਕਿ ਕਈਆਂ ਨੇ ਮੈਨੂੰ ਕਿਹਾ ਕਿ that well I hope you're not going to talk about your people, I hope you're going to talk about us because we are sending you to parliament, you represent us. And ਉਹ ਮੇਰੇ ਗੱਲ 'ਚ always has always remained in my mind ਕਿ ਮੇਰੀ ਪਹਿਲੀ ਡਿਊਟੀ ਨਾ ਜਿਨ੍ਹਾਂ ਨੇ ਮੈਨੂੰ ਇਲੈਕਟ ਕੀਤਾ ਕਿਉਂਕਿ ਬਿਕੋਜ਼ ਜਿਹੜੀ ਮੇਰੀ ਡਿਊਟੀ ਹੈ ਕਿ ਉਹਨਾਂ ਦੀ ਜਿਹੜੀ ਪਲਸ ਹੈ ਨਾ ਉਹਦੇ ਕੰਸਰਨ ਹੈ that I must articulate whenever I speak the person living in my constituency says that Ashok Kumar is speaking for me. So I always keep that in my mind. And ਨਾਲੇ ਮੇਰੀ ਜਿਹੜੀ ਸੀਟ ਹੈ 50-60% ਰੂਰਲ ਸੀਟ ਹੈ। ਤੁਸੀਂ ਉਸੀ ਰੂਰਲ ਸੀਟ ਹੈ ਕਿ that you can go by a whole day and not see one of our people at all. So but I've always remembered that I must pull the pulse, grab the pulse of the person that I represent and try to project that. So my duty always is to my constituents first and then to my area, the northeast or Teesside as second and then follow it from there. So basically ਤੁਹਾਡੇ ਜਿਹੜੇ constituents ਹੈਗੇ ਆ ਉਹਨਾਂ ਦੇ ਜਿਹੜੇ ਹਿੱਤ ਹੈ ਉਹਨਾਂ ਵੱਲ ਤੁਸੀਂ ਜ਼ਿਆਦਾ ਧਿਆਨ ਦਿੰਦੇ ਹੋ। ਮੈਂ ਬਹੁਤ ਫੋਕਸ ਕਰਦਾ ਕਿਉਂਕਿ ਇਹ ਜਿਹੜੀ ਸੀਟ ਸੀਗੀ for 200 years ਟੋਰੀ ਸੀਟ ਸੀ ਇਹ ਜਿਸ ਲਈ ਅਸੀਂ ਲਈ ਆ ਪਹਿਲੀ ਵਾਰੀ ਲਈ ਆ to win that seat in this situation and to be more ਮੈਂ ਮੇਰੀ ਪਾਰਟੀ myself was successful. You must be very pleased actually। ਇੱਕ ਤਾਂ ਇਹ ਕਿ 200 ਸਾਲਾਂ ਬਾਅਦ ਟੋਰੀਆਂ ਕੋਲੋਂ ਲੇਬਰ ਪਾਰਟੀ ਨੇ ਉਹ ਸੀਟ ਲਈ ਫਿਰ on top of that you were a nation। ਜੀ ਬੜੇ ਉਸ ਵੇਲੇ ਨਾ 91 ਚ ਤਾਂ ਬਹੁਤ ਡਿਫਿਕਲਟ ਟਾਈਮ ਸੀਗਾ ਬਟ ਸਿੰਸ ਦੈਨ ਨਾ ਪਰ ਜਿਸਲੇ ਤੁਸੀਂ ਇਲੈਕਟ ਹੋ ਜਾਂਦੇ ਵਾਂਸ ਦੈਨ ਆਫ ਕੋਰਸ ਵਾਟ ਯੂ ਗੋਟ ਟੂ ਡੂ ਇਜ਼ ਤੁਹਾਨੂੰ ਕੰਮ ਕਰਕੇ ਯੂ ਗੋਟ ਡੈਮੋਨਸਟ੍ਰੇਟ ਕਿ ਜਿਹੜੇ ਉਹਨਾਂ ਦੇ ਫੀਅਰਸ ਹੈ ਕਈ ਇਲੈਕਟਡ ਇਦਾਂ ਦੇ ਹੁੰਦੇ ਕਿ ਦੇ ਆਰ concerned that you're really not going to perform, you're not going to do what they want you to do. So my objective was na ki only I would take up their concern, the bread and butter issues ਉਹਨਾਂ ਲੋਕਾਂ ਦੇ and ਦੇਖੋ ਮੇਰਾ case work is 400 case work per week and 80,000 I have done since being elected and that to demonstrate and they've elected me na 3-4 ਵਾਰੀ at least। Okay ਤੁਸੀਂ I know you are a party faithful obviously ਪਰ ਜਿਹੜੀ ਇਸ ਵੇਲੇ ਜਿਹੜੀ ਸਿਚੁਏਸ਼ਨ ਹੈਗੀ ਹੈ ਲੋਕਾਂ ਦੇ ਵਿੱਚ ਕੁਸਰ ਮੁਸਰ ਜਿਹੜੀ ਹੋ ਰਹੀ ਹੈ ਲੇਬਰ ਪਾਰਟੀ ਬਾਰੇ ਉਹ ਇਹ ਹੈ ਕਿ ਦੇਖੋ ਜੀ ਇਹਨਾਂ ਨੇ 1997 ਵਿੱਚ ਆ ਕੇ ਹੁਣ ਤੱਕ ਦੇਸ਼ ਦਾ ਕੀ ਕਰ ਦਿੱਤਾ। What did you think has gone wrong? ਜੀ ਦੇਖੋ ਨਾ first of all we have never had prosperity 10-12 saal so successful economy Gordon Brown and Prime Minister Blair both of them have achieved a lot now economy which was really blasting and we never had unparalleled success as right, such. okay. Now out came this economic tsunami it appears now it started from the south from the American south and it has spread all over the banking the financial situation ਜਿਹੜਾ economic crisis ਹੋਇਆ
but nobody had foreseen it. ਮੈਂ ਤਾਂ ਸੋਚਦਾ ਕਿ ਪਾਰਲੀਮੈਂਟ ਇੱਕ ਪਾਰਲੀਮੈਂਟੇਰੀਅਨ ਸੀਗਾ ਉਹ ਵੀ ਲਿਬਰਲ ਡੈਮੋਕ੍ਰੈਟ ਜਿਹੜਾ who was forecasting this Vince Cable ਨਾ ਬਾਕੀ I mean I always call him the merchant for doom and gloom but he only khali predict kita baki sare everybody was saying from all sides that it's been this great success and be it no. Okay, so basically ਤੁਸੀਂ ਕਹਿਣ ਲੱਗੇ ਹੋ ਕਿ ਗੋਰਡਨ ਬਰਾਊਨ ਜਿਸ ਤਰ੍ਹਾਂ ਕਹਿੰਦੇ ਹੁਣ ਜਿਹੜੀ ਇਕਨੋਮਿਕ ਡਾਊਨਟਰਨ ਆਈ ਹੈ ਕਿ it is not just Britain, it is universal. Ji, you know, you have to see why is it happening in America. But at the same time, he was the Chancellor of the Exchequer for a number of years. Ji. Don't you think ਉਹਨਾਂ ਦੀ ਜਿਹੜੀਆਂ ਪਾਲਿਸੀ ਸੀਗੀਆਂ ਉਹਨੇ ਵੀ ਇਫੈਕਟ ਕੀਤਾ ਅੱਜ ਦੀ ਜਿਹੜੀ ਸਿਚੁਏਸ਼ਨ ਆ ਆਪਣੇ ਬ੍ਰਿਟਨ ਦੀ? ਜੀ ਨਾ ਖਾਲੀ ਜੇ ਅਸੀਂ ਆਈਸੋਲੇਸ਼ਨ ਚ ਦੇਖੋ ਨਾ ਇਗਨੋਰ ਦ ਰੈਸਟ ਐਂਡ ਆਫ ਕੋਰਸ there is then ਤੁਸੀਂ ਕਹਿ ਸਕਦੇ ਆ ਕਿ that Gordon Brown's policies influence because we were light on regulation ਪਰ ਜਿਸ ਵੇਲੇ ਅਸੀਂ ਇੰਪਲੀਮੈਂਟ ਕਰ ਰਹੇ ਸੀ ਸਾਨੂੰ ਕੋਈ ਇਹ ਨਹੀਂ ਕਹਿ ਰਿਹਾ ਸੀਗਾ ਕਿ that you are light on regulation. In fact ਸਾਡੇ opponent ਜਿਹੜੇ conservative ਸੀਗੇ ਸਾਰੇ ਕਹਿੰਦੇ even lighter regulation ਲਈ ਕਹਿ ਰਹੇ ਸੀਗੇ. So in the end ਨਾ it's always ਜਿਹੜੇ ਕਹਿੰਦੇ ਆ ਨਾ ਕਿ you can be wise with hindsight ਨਾ ਪਰ ਉਸ ਵੇਲੇ ਜੇ ਤੁਸੀਂ ਦੇਖੋ everybody was saying we are on the right path and let's carry on, it's been a success economic. ਜਿਹੜੇ ਹੁਣ ਸਾਡੇ opponent ਹੈ ਉਸ ਵੇਲੇ ਉਹਨਾਂ ਨੇ ਪਰ ਜਿਹੜੇ opponent ਹੈਗੇ ਆ ਇਸ ਵੇਲੇ with due respect they are right, aren't they? They are right to some extent that this country is going downhill economically. ਲੋਕਾਂ ਦੀਆਂ ਜੌਬਸ ਜਾ ਰਹੀਆਂ ਖਾਸ ਕਰਕੇ ਤੁਹਾਡੀ ਜਿਹੜੀ ਕਨਸਟੀਟੂਐਂਸੀ ਹੈ ਯੂ ਨੋ ਬੈਟਰ ਤੁਹਾਡੀ ਜਿਹੜੀ ਕਨਸਟੀਟੂਐਂਸੀ ਉਹਦੇ ਵਿੱਚ ਅਨਐਮਪਲੋਇਮੈਂਟ ਆਮ ਸ਼ੋਰ ਵੱਧ ਰਹੀ ਹੈ ਲੰਡਨ ਦੇ ਵਿੱਚ ਉਹ ਵੱਧ ਰਹੀ ਹੈ ਦੇਰ ਆਰ ਆਈ ਐਮ ਸ਼ੋਰ ਕਿ ਗੋਰਡਨ ਬਰਾਊਨ ਦੀਆਂ ਜਿਹੜੀ ਪਾਲਿਸੀ ਸੀਗੀਆਂ ਇਟ ਇਜ਼ ਦ ਕਲਮੀਨੇਸ਼ਨ ਆਫ ਦੈਟ ਜੀ ਮੈਂ ਇਹ ਕਹਿ ਸਕਦਾ ਕਿ ਜਿਹੜੇ ਗੋਰਡਨ ਬਰਾਊਨ ਦੀ ਪਾਲਿਸੀਆਂ ਸੀਗੀਆਂ ਮੁੱਢ ਇਨਫਲੂਐਂਸ ਵਿਦਿਨ ਦੈਟ ਪਰ ਇਹ ਜੇ ਤੁਸੀਂ ਆਈਸੋਲੇਸ਼ਨ ਕਹੋ ਪਰ ਵਾਈ ਇਜ਼ ਇਟ ਦ ਮੋਸਟ ਸਕਸੈਸਫੁਲ economic country in the world? America is actually also is facing that economic tsunami. All the countries are facing the whole, so it's a global phenomena. एक खाली UK phenomena नहीं है सारे it's internationally because but are you going to concede or not that this is partly it is the economic policies of this government? There is a link. We are all interlinked na. So somewhere through the interlink na that it will have some effect obviously. And but I cannot say na ki that it is a direct link and it's because Gordon Brown ne kita this happened here. This is direct correlation nahi le sakde. Indirect correlation main accept kar sakda. Okay, theek hai, you've done well. Look, I am a loyalist. I am I'm a great admirer of our Chancellor. He achieved such a parallel success. My economy, to the history mein dekha lo, UK is such economic success. You have to go 300 years back before that. Okay, well we can carry on actually. I could have answered that but we are short of time. ਤੇ ਦੂਸਰੇ ਪਾਸੇ ਤੁਸੀਂ ਜਿਹੜਾ ਮੈਂ ਟੌਪਿਕ ਅੱਜ ਰੱਖਿਆ ਦੋਸਤਾਂ ਵਾਸਤੇ ਦੋਸਤੋ ਅੱਜ ਦਾ ਟੌਪਿਕ ਹੈ ਜਿਹੜਾ ਮੈਂ ਇੱਕ ਵਾਰੀ ਫੇਰ ਦੁਹਰਾ ਦੇਣਾ ਟੌਪਿਕ ਸਾਡਾ ਇਹ ਹੈਗਾ ਕਿ ਸਾਡੇ ਜਿਹੜੇ ਯੰਗਸਟਰ ਹੈਗੇ ਨੇ ਜਿਸ ਤਰ੍ਹਾਂ ਡਾਕਟਰ ਅਸ਼ੋਕ ਕੁਮਾਰ ਆ ਇਹ ਸੈਕੰਡ ਜਨਰੇਸ਼ਨ ਇਮੀਗ੍ਰੈਂਟ ਮੈਂ ਇਹਨਾਂ ਨੂੰ ਕਹਿ ਸਕਦਾ ਹੀ ਵਾਸ ਅ ਲਿਟਲ ਬੇਬੀ ਵੈਨ ਹੀ ਕੇਮ ਟੂ ਦਿਸ ਕੰਟਰੀ ਔਰ ਇਹਨਾਂ ਨੇ ਬੜੀ ਸਕਸੈਸ ਹਾਸਲ ਕੀਤੀ ਹੈ ਪਿਛਲੇ 12 ਸਾਲ ਤੋਂ ਇਹ ਮੈਂਬਰ ਪਾਰਲੀਮੈਂਟ ਚਲੇ ਆਉਂਦੇ ਨੇ 10 ਸਾਲ ਇਹ ਕਾਂਗਰਸ ਤੁਸੀਂ ਕੌਂਸਲਰ ਰਹੇ ਹੋ ਔਰ ਬੜੇ ਸਕਸੈਸਫੁਲ ਪੋਲੀਟੀਸ਼ੀਅਨ ਹੈਗੇ ਨੇ ਆਪਣੇ ਆਪ ਦੇ ਵਿੱਚ ਇਹਨਾਂ ਬਾਰੇ ਆਪਾਂ ਹੋਰ ਗੱਲਾਂ ਕਰਾਂਗੇ ਅੱਗੇ ਜਾ ਕੇ ਪਰ ਸਾਡਾ ਬੇਸਿਕਲੀ ਟੌਪਿਕ ਇਹ ਹੈਗਾ ਕਿ ਤੁਸੀਂ ਕਿਆ ਆਪਣੇ ਜਿਹੜੇ ਯੰਗਸਟਰ ਆ ਜਿਹੜੇ ਬੱਚੇ ਹੈਗੇ ਨੇ ਉਹਨਾਂ ਨੂੰ ਤੁਸੀਂ ਇਨਕਰੇਜ ਕਰਦੇ ਹੋ ਕਿ ਮੇਨ ਸਟ੍ਰੀਮ ਪੋਲੀਟਿਕਸ ਵਿੱਚ ਜਾਣ ਜ਼ਾਹਰਾ ਤੌਰ ਤੇ ਜਿਹੜੇ ਪੋਲੀਟਿਕਸ ਵਿੱਚ ਸਾਡੇ ਲੋਕ ਹੈਗੇ ਨੇ ਉਹ ਫਸਟ ਜਨਰੇਸ਼ਨ ਇਮੀਗ੍ਰੈਂਟ ਹੈਗੇ ਨੇ ਖਾਸ ਕਰਕੇ ਕੌਂਸਲਰ ਬਹੁਤ ਸਾਰੇ ਹੈਗੇ ਨੇ ਜਿਹੜੇ ਫਸਟ ਜਨਰੇਸ਼ਨ ਮੈਂ ਨਹੀਂ ਕਹਿੰਦਾ ਕਿ ਮਾੜੀ ਗੱਲ ਹੈ ਲੇਕਿਨ ਸਾਡੇ ਜਿਹੜੇ ਯੰਗਸਟਰ ਆ ਉਹ ਕਿਉਂ ਨਹੀਂ ਅੱਗੇ ਆਉਂਦੇ ਇਹ ਤੁਹਾਡਾ ਕੀ ਖਿਆਲ ਹੈ ਕਿ ਕਿਉਂ ਨਹੀਂ ਆਉਂਦੇ ਜੀ ਮੈਂ ਤੁਹਾਨੂੰ ਐਗਰੀ ਨਹੀਂ ਹੁੰਦਾ ਮੈਂ ਜੇ ਤੁਸੀਂ ਦੇਖੋ ਪਾਰਲੀਮੈਂਟ ਦੇਖੋ there is a young generation of MPs मैं कह सकता हूँ young generation because they are younger than me are coming in next time around there's going to be more we are talking about Asians in particular जी Asian मैं कह रहा हूँ देखो देख लो Sadiq Khan देख लो and the other one Paramjeet है he's 35 I think बाकी they are younger than me certainly and there are others who are trying to get selected into seat selection is a battle and it's a lottery certainly but
ਮੈਂ ਤੁਹਾਡੇ ਨਾਲ agree ਨਹੀਂ ਹੁੰਦਾ ਕਿ they are not getting they may not be getting selected but they certainly are out there now playing their part. ਖੈਰ ਇੰਟਰੈਕਸ਼ਨ ਦਾ ਮਤਲਬ ਇਹ ਹੁੰਦਾ ਕਿ ਤੁਸੀਂ ਕੋਈ ਚੀਜ਼ ਨਾਲ ਐਗਰੀ ਹੁੰਦੇ ਕੋਈ ਨਹੀਂ ਹੁੰਦੇ। ਮਨਮੋਹਨ ਸਿੰਘ ਜੀ, ਹੈਲੋ ਮਨਮੋਹਨ ਸਿੰਘ ਜੀ, नो वी लॉस्ट द कॉलर, ड्रॉप हो गई कॉल। और दोस्तों अगर तुम टेलीफोन करना चाहते हो तो टेलीफोन नंबर है 0845136840। पर तुसी इस गल नाल तां सहमत होवोगे कि जिहड़ी फस्ट जनरेशन के जिहड़े लोग हैगे ने बड़े हिम्मती लोग जिन्होंने आके बड़ी सख्त मेहनत की है और अपनी हिम्मत नाल ही कौंसलर बन रहा है, एक चंगी तकड़ी गिणती दे विच कौंसलर हैगे ने। जिवें हुण साडा जिहड़ा आ साडा एरिया हैगा इहदे विच साउथ हाल दे विचों मोस्टली कि आई थिंक ऑल ऑफ देम दे आर फ्रॉम ਏਸ਼ੀਅਨ ਕਮਿਊਨਿਟੀ। ਇਸੇ ਤਰ੍ਹਾਂ ਜਿੱਦਾਂ ਬ੍ਰੈਡਫੋਰਡ ਦਾ ਇਲਾਕਾ ਹੈ, ਬਰਨਲੇ ਹੈ, ਉਹਨਾਂ ਦੇ ਵਿੱਚ ਏਸ਼ੀਅਨ ਕਮਿਊਨਿਟੀ, ਕਿਉਂਕਿ ਉਹ ਕਮਿਊਨਿਟੀ ਸਾਰੀ ਹੈਗੀ ਆਪਣੀ, ਸੋ ਉਹਨਾਂ ਨੇ ਆਪਣੇ ਬੰਦੇ ਉਹ ਚੁਣਨੇ ਆ। ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਆ ਉਹਦੇ ਬਾਰੇ ਕਈ ਵਾਰੀ ਕਿੰਤੂ ਪਰੰਤੂ ਹੁੰਦਾ ਕਿ ਉਹ ਕੰਮ ਕਰਦੇ ਕਿ ਨਹੀਂ ਜਾਂ ਕਿਸ ਤਰ੍ਹਾਂ ਆ। ਕਈ ਵਾਰੀ ਇਹ ਵੀ ਹੁੰਦਾ ਹੈਗਾ ਕਿ ਪੀਪਲ ਫੀਲ ਕਿ ਜਿਹੜੇ ਆਪਣੇ ਕੌਂਸਲਰ ਹੁੰਦੇ ਆ, ਜਿਹੜੇ ਮੈਂਬਰ ਪਾਰਲੀਮੈਂਟ ਸਾਡੇ ਆਪਣੇ ਹੁੰਦੇ ਆ, ਉਹ ਲੀਡਰ ਨਹੀਂ ਬਣਦੇ, ਦੇ ਆਰ ਬੀਇੰਗ ਲੈਡ ਇਨ ਪਾਰਲੀਮੈਂਟ ਆਲਸੋ। ਪਾਰਲੀਮੈਂਟ ਦੇ ਵਿੱਚ ਸਿਰਫ 15 MP ਹੈਗੇ ਨੇ ਆਪਣੇ। 15 MP ਦੀ ਥਾਂ ਅਕੋਰਡਿੰਗ ਟੂ ਟਰੈਵਰ ਫਿਲਿਪਸ 50 ਹੋਣੇ ਚਾਹੀਦੇ ਆ। ਮੈਂ ਇਸ ਕਰਕੇ ਮੈਂ ਵਾਸ ਰੀਅਲੀ ਪੁਆਇੰਟਿੰਗ ਆਊਟ ਕਿ ਅਗਰ ਸਾਡੇ ਜਿਹੜੇ ਯੰਗਸਟਰ ਉਹ ਮੇਨ ਸਟ੍ਰੀਮ ਪੋਲੀਟਿਕਸ ਵਿੱਚ ਹਿੱਸਾ ਲੈਣ ਤਾਂ ਵੀ ਵਿਲ ਹੈਵ ਮੋਰ MPs ਇਨ ਹਾਊਸ ਆਫ ਕਾਮਨਸ। ਦੇਖੋ ਜੀ ਨਾ, ਇਹ ਆਈ ਥਿੰਕ ਅਸੀਂ ਭੁੱਲ ਗਏ ਕਿ 1987 the first time was Asian elected in post war was Keith Vaz. He was the first one. Now 22 years later, in fact the Asian MPs are certainly I think 12-13, very huge in number as such. And but there has been a gradual evolutionary change. A revolutionary is evolutionary. Similarly na जिस area ਵਿੱਚ ਸਾਡੀ community strong ਹੈ and ਸਾਡੀ community ਨੇ great success, great progress ਬਣਾਇਆ and they are taking part in politics ਜਿੱਦਾਂ ਹੁਣ ਤੁਸੀਂ ਕਹਿੰਦੇ ਆ ਸਾਊਥ ਹੋਲ ਬ੍ਰੈਡਫੋਰਡ। ਪਰ I think ਜਿਸ ਏਰੀਆ ਵਿੱਚ ਸਾਡੀ community perhaps ਇੰਨੀ ਨਹੀਂ ਆ, maybe you are right, ਉੱਥੇ they may not be getting selected and elected, ਪਰ ਸਾਨੂੰ we mustn't be shy, we must go forward ਨਾ ਕਿ that ਜਿਸ ਏਰੀਆ ਵਿੱਚ just because ਸਾਡੀ community ਛੋਟੀ ਆ we must not ਥੋੜੀ ਆ we must not be afraid, we must go forward and try to get selected and elected. But there is certainly spirit na, naale first generation was busy trying to build the base na, trying and get their children and educated. Not that they are being very successful in every profession. Just look around you, just pick up every time I see there's always few of our from every community are making a great success. But in the end, it's politics is a gradual process. Revolutions only happen once in every lifetime. But I think this, because next time in Parliament there will be more of 5 or 6 Asians from all parties. Certainly at the moment there isn't from the Liberal Democrats, but there is on the Labour benches and the Conservative both. You're going to see an increase in numbers. ਕਿਉਂਕਿ ਜਿਹੜੀ ਅਸੀਂ ਗੱਲ ਪੁੱਛ ਰਹੇ ਹਾਂ ਨਾ ਆਪਣੇ ਜਿਹੜੇ ਦਰਸ਼ਕ ਹੈਗੇ ਨੇ ਉਹਨਾਂ ਨੂੰ ਅਸੀਂ ਪੁੱਛ ਰਹੇ ਹਾਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਇਨਕਰੇਜ ਕਰਦੇ ਹੋ ਕਿ ਨਹੀਂ, ਔਰ ਅਸੀਂ ਉਹਨਾਂ ਨੂੰ ਇਹ ਵੀ ਪੁੱਛ ਰਹੇ ਹਾਂ ਕਿ ਜਿਹੜੇ ਸਾਡੇ ਕੌਂਸਲਰ ਹੈਗੇ ਨੇ, ਸਾਡੇ ਮੈਂਬਰ ਪਾਰਲੀਮੈਂਟ ਹੈਗੇ, ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਜੋ ਕੁਝ ਹਾਊਸ ਆਫ ਕਾਮਨਸ ਦੇ ਵਿੱਚ ਕਰਦੇ ਨੇ, ਜੋ ਕੁਝ ਟਾਊਨ ਹਾਲ ਦੇ ਵਿੱਚ ਕਰਦੇ ਨੇ, ਉਹਨਾਂ ਤੋਂ ਤੁਸੀਂ ਖੁਸ਼ ਹੋ ਕਿ ਨਹੀਂ, ਇਹ ਗੱਲ ਆਪਾਂ ਉਹਨਾਂ ਨੂੰ ਪੁੱਛ ਰਹੇ ਹਾਂ। ਮੈਂ ਤਾਂ ਇਹ ਕਹੂੰਗਾ ਨਾ ਕਿ ਜਿਹੜੇ ਹਰੇਕ ਪੈਰੈਂਟਸ ਹੈ ਉਹਨਾਂ ਨੂੰ ਇੱਕ ਆਬਜੈਕਟਿਵ ਤਾਂ ਉਹਨਾਂ ਨੂੰ ਸਰਟਨਲੀ ਮੈਂ ਡਾਊਟ ਨਹੀਂ ਹੈ ਕਿ ਉਹ ਚਾਹੁੰਦੇ ਕਿ ਆਪਣੇ ਬੱਚੇ ਪੜ੍ਹਨ, ਐਜੂਕੇਟਿਡ ਹੋਣ ਐਂਡ ਗੈਟ ਕੁਆਲੀਫਿਕੇਸ਼ਨ, ਕਿਉਂਕਿ ਇਹ ਬੇਸਿਕ ਨੀਡ ਹੈ ਇਨ ਆਰਡਰ ਫॉर ਅਸ ਟੂ ਬੀ ਸਕਸੈਸਫੁਲ ਇਨ ਦਿਸ ਕੰਟਰੀ। ਪਰ ਸੈਕੰਡ ਹੈ ਨਾ ਕਿ that they must also encourage to play their part na in mainstream politics, pama Labour, pama Conservative, pama Liberal Democrat. These are the three main parties na, but jithe ਉਹਨਾਂ ਦਾ ਦਿਲ settle na, ਮੈਂ ਚਾਹਨਾ ਕਿ at least they should join all the Labour Party, but it doesn't matter ਕਿਉਂਕਿ in the end na it is up to the ਜਿੱਥੇ ਉਹਨਾਂ ਦਾ political opinion ਮਿਲਦਾ ਆ that they should join, ਪਰ encourage in mainstream, ਕਿਉਂਕਿ ਹੁਣ if this is our home then we must play our full part in every section in our ਇਹ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ ਕਿ this is our home ਔਰ ਇੱਥੋਂ ਦੀ ਪੋਲਿਟਿਕਸ ਵਿੱਚ ਹਿੱਸਾ ਲੈਣਾ ਚਾਹੀਦਾ। ਮੈਂ ਇਹ ਚੀਜ਼ ਹੋਰ ਵੀ ਦੇਖੀ ਹੈ, ਨੋਟ ਕੀਤੀ ਹੈ ਆਪਣੇ ਲੋਕਾਂ ਦੇ ਵਿੱਚ, ਸ਼ਾਇਦ ਉਹਨਾਂ ਦਾ ਕਸੂਰ ਵੀ ਨਹੀਂ, ਆਈ ਡੋਂਟ ਨੋ ਅਬਾਊਟ ਦੈਟ, ਕਿ ਜਦੋਂ ਇਸ਼ੂਜ਼ ਹੁੰਦੇ ਨੇ ਰੇਸ ਰਿਲੇਸ਼ਨ ਦੇ, ਜਦੋਂ ਇਸ਼ੂ ਹੁੰਦੇ ਨੇ ਮੇਨ ਸਟ੍ਰੀਮ ਪੋਲਿਟਿਕਸ ਦੇ, ਜਦੋਂ ਇਸ਼ੂ ਹੁੰਦੇ ਨੇ ਆਹ ਕੰਟਰੀ
ਕਿਹੜੀਆਂ ਜਿਹੜੀਆਂ ਸਮੱਸਿਆਵਾਂ ਹੈਗੀਆਂ ਨੇ, ਕੁਐਸਚਨਸ ਹੈਗੇ ਨੇ, ਉਹਨੂੰ ਫੇਸ ਕਰ ਰਿਹਾ। ਵੀ ਆਰ ਨਾਟ ਵੈਰੀ ਫੋਰਥ ਕਮਿੰਗ, ਅਸੀਂ ਬੋਲਦੇ ਨਹੀਂ ਉਹਦੇ ਬਾਰੇ, ਅਸੀਂ ਸ਼ਾਈ ਵੇ ਕਰ ਜਾਂਦੇ ਹਾਂ। ਇਟਸ ਨਾਟ ਜਸਟ ਦ ਪੋਲੀਟੀਕਲ ਪੀਪਲ ਜਿਹੜੇ ਆਪਣੇ ਲੋਕ ਮੋਹਰੇ ਹੈਗੇ, ਜਨਰਲ ਪਬਲਿਕ ਵੀ ਆ ਜਿਹੜੀ ਨਾ ਇਹ 'ਚ ਬਹੁਤਾ ਇੰਟਰਸਟਿੰਗ ਲੈਂਦੇ, ਹਾਲਾਂਕਿ ਇਹ ਗੱਲਾਂ ਸਾਡੇ ਜੀਵਨ ਨੂੰ ਜ਼ਿਆਦਾ ਪ੍ਰਭਾਵਿਤ ਕਰਦੀਆਂ। ਦੇਖੋ ਸਾਥੀ ਜੀ, ਤੁਸੀਂ ਆਲਸੋ ਵੀ ਰੈਕਗਨਾਈਜ਼ ਕਰੋ ਨਾ ਕਿ ਦੇਖੋ ਜਿਹੜੇ 50s 40s 50s 60s ਜਿਹੜੇ ਸਾਡੇ ਮੇਰੇ ਫਾਦਰ ਜਨਰੇਸ਼ਨ ਤੋਂ ਇੱਥੇ ਪਹਿਲਾਂ ਇੱਥੇ ਆਏ ਸੀਗੇ, ਉਸ ਵੇਲੇ ਨਾ ਜਿਸ ਉਹਨਾਂ ਨੇ ਸੈਂਪਲ ਲਏ ਸੀ, ਪੋਲ ਐਨਾਲਿਸਿਸ ਕੀਤੇ ਸੀ, ਉਸ ਵੇਲੇ ਵਿਊ ਸੀਗਾ ਕਿ 30% ਕੀ ਕਹਿੰਦੇ ਸੀ ਪਲੀਜ਼ ਗੋ ਬੈਕ ਟੂ ਦ ਕੰਟਰੀ ਯੂ ਕੇਮ ਫਰੋਮ ਟੂ ਦ ਪੀਪਲ, 30% ਕਹਿੰਦੇ ਸੀ ਯੂ ਆਰ ਵੈਲਕਮ ਐਂਡ 30% ਵਰ ਇਨਡਿਫਰੈਂਟ। ਜਿਹੜੇ 30% ਕਹਿੰਦੇ ਸੀ ਨਾ ਯੂ ਆਰ ਵੈਲਕਮ, ਉਹ ਐਟ ਦ ਮੋਮੈਂਟ ਸਟੈਂਡਸ ਐਟ 60 to 70%। ਦ ਗ੍ਰੇਟ ਸਕਸੈਸ ਹੈਜ਼ ਬੀਨ ਨਾ ਕਿ ਸਾਡੀ ਕਮਿਊਨਿਟੀ ਦਾ that we have been accepted through because we worked hard, we tried to play our part, we tried to be in our till recently now with the problems we had with a couple of issues, on the whole we played a very successful role and we are welcomed. So racism actually does exist, in not to the extent that as it did in the 50s and the 60s. There has been a success in what we have achieved. that is wonderful। ਦੋਸਤੋ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਡਾਕਟਰ ਅਸ਼ੋਕ ਕੁਮਾਰ MP ਦੇ ਨਾਲ, ਮੈਂਬਰ ਪਾਰਲੀਮੈਂਟ ਨਾਲ। ਉਹਦੇ ਨਾਲ ਹੀ ਸਾਡਾ ਜਿਹੜਾ ਟੌਪਿਕ ਹੈਗਾ, ਸਬਜੈਕਟ ਮੌਜੂ ਵਿਸ਼ਾ ਹੈ, ਉਹ ਹੈਗਾ ਕਿ ਜਿਹੜੇ ਸਾਡੇ ਯੰਗਸਟਰ ਹੈਗੇ ਨੇ ਉਹਨਾਂ ਨੂੰ ਮੇਨ ਸਟ੍ਰੀਮ ਪੋਲੀਟਿਕਸ ਵਿੱਚ ਅੱਗੇ ਲਿਆਉਣ ਵਾਸਤੇ ਕੀ ਕਰਨਾ ਚਾਹੀਦਾ। ਔਰ ਐਟ ਦਾ ਸੇਮ ਟਾਈਮ ਸਾਡੇ ਕੋਲ ਬਹੁਤ ਸਾਰੇ ਕੌਂਸਲਰ ਹਨ, ਏਸ਼ੀਅਨ ਕੌਂਸਲਰ ਔਰ ਏਸ਼ੀਅਨ MP ਘੱਟ ਨੇ ਲੇਕਿਨ ਹੈ ਜ਼ਰੂਰ, ਔਰ ਇਹ ਵੀ ਉਮੀਦ ਕੀਤੀ ਜਾਂਦੀ ਕਿ ਹੋਰ ਵੱਧ ਜਾਣਗੇ। ਲੇਕਿਨ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਉਹਨਾਂ ਬਾਰੇ ਆਪਾਂ ਗੱਲ ਕਰ ਰਹੇ ਹਾਂ ਕਿ ਡੂ ਯੂ ਥਿੰਕ ਕਿ ਜਿਹੜੇ ਸਾਡੇ ਕੌਂਸਲਰ ਹੈਗੇ ਨੇ ਉਹ ਹਾਰਡ ਵਰਕ ਕਰਦੇ ਨੇ ਔਰ ਜਿਹੜੇ ਪੋਲੀਟੀਕਲ ਲੈਂਗੁਏਜ ਹੈ ਇਸ ਕੰਟਰੀ ਦੀ ਉਹਨੂੰ ਸਮਝਦੇ ਨੇ। ਆਈ ਐਮ ਟਾਕਿੰਗ ਅਬਾਊਟ ਪੋਲੀਟੀਕਲ ਲੈਂਗੁਏਜ, ਨਾਟ ਇੰਗਲਿਸ਼ ਲੈਂਗੁਏਜ, ਪੋਲੀਟੀਕਲ ਲੈਂਗੁਏਜ ਇਸ ਕੰਟਰੀ ਦੀ ਸਮਝਣ ਵਾਸਤੇ। ਇਹਦੇ ਵਾਸਤੇ ਅਗਰ ਤੁਸੀਂ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਟੈਲੀਫੋਨ ਨੰਬਰ ਹੈ 08451368040। ਵੀ ਗੋਟ ਡਾਕਟਰ ਅਸ਼ੋਕ ਕੁਮਾਰ ਮੈਂਬਰ ਪਾਰਲੀਮੈਂਟ ਵਿਦ ਅਸ। ਔਰ ਦੋਸਤੋ ਬ੍ਰੇਕ ਤੇ ਜਾਂਦੇ ਹਾਂ, ਬ੍ਰੇਕ ਤੋਂ ਬਾਅਦ ਆਪਾਂ ਮੁੜ ਕੇ ਫੇਰ ਮਿਲਦੇ ਹਾਂ। We're going to show you how small things can be mightier than really big things. Persil Small and Mighty is like this too, because you get a mighty load of washing from one small bottle. Now available in a great value 42 wash pack. ACHL फौरी तौर पर आपको एक रिप्लेसमेंट का और मिनी कैब ड्राइवर्स को PCO रजिस्टर्ड कार्स एक्सीडेंट के बाद तुरंत दिलवा सकता है। उनके क्लेम एडवाइजर्स और मेडिकल प्रोफेशनल्स आपके घर या ऑफिस आ सकते हैं। एक्सीडेंट क्लेम हेल्पलाइन, द नेम यू कैन ट्रस्ट। यूके शॉप फ्रंट शटर्स लिमिटेड आपको क्वालिटी सर्विस देते हैं। 24 घंटे इमरजेंसी ग्लास और ग्लेजिंग के लिए याद रखें यूके शॉप फ्रंट शटर्स। शॉप फ्रंट, फ्रंट एंट्रेंस, डोर्स और शटर्स आपकी रिक्वायरमेंट के मुताबिक खास तौर पर डिजाइन, मैन्युफैक्चर और इंस्टॉल करते हैं। फ्री कोड्स के लिए 0208 571 5557 पर फोन करें या तशरीफ लाएं यूनिट H7 ब्रिज रोड, साउथ हॉल। ਦੋਸਤੋ ਵੈਲਕਮ ਬੈਕ। ਗੱਲਬਾਤ ਪ੍ਰੋਗਰਾਮ ਤੁਸੀਂ ਸਨਰਾਈਜ਼ ਟੈਲੀਵਿਜ਼ਨ ਤੇ ਵੇਖ ਰਹੇ ਹੋ ਔਰ ਮੈਂ ਤੁਹਾਡਾ ਦੋਸਤ ਸਾਥੀ ਲੁਧਿਆਣਵੀ। ਔਰ ਅੱਜ ਸਾਡੇ ਕੋਲ ਸਾਡੇ ਮਹਿਮਾਨ ਬੈਠੇ ਨੇ ਡਾਕਟਰ ਅਸ਼ੋਕ ਕੁਮਾਰ ਮੈਂਬਰ ਪਾਰਲੀਮੈਂਟ। ਔਰ ਪਹਿਲੇ ਘੰਟੇ ਦੇ ਵਿੱਚ ਅਸੀਂ ਇੱਥੋਂ ਦੀ ਜਿਹੜੀ ਪੋਲੀਟਿਕਸ ਹੈ ਉੱਥੇ ਬਾਰੇ ਇਹਦੇ ਬਾਰੇ ਗੱਲ ਕਰ ਰਹੇ ਹਾਂ। ਔਰ ਸੈਕੰਡ ਘੰਟੇ ਦੇ ਵਿੱਚ ਸਾਡੇ ਮਹਿਮਾਨ ਹੋਣਗੇ ਸ਼੍ਰੀ ਬਲਵੰਤ ਕਪੂਰ ਜੀ, ਪ੍ਰੈਜ਼ੀਡੈਂਟ ਆਫ ਇੰਡੀਅਨ ਓਵਰਸੀਜ਼ ਕਾਂਗਰਸ ਲੰਡਨ, ਔਰ ਭਗਤ ਸਿੰਘ ਬਾਰੇ ਅਸੀਂ ਗੱਲ ਕਰਾਂਗੇ। ਐਨੀਵੇ ਇਸ ਘੰਟੇ ਦੇ ਵਿੱਚ ਅਸੀਂ ਇਹਨਾਂ ਦੇ ਨਾਲ ਗੱਲ ਕਰ ਰਹੇ ਹਾਂ। ਤੇ ਗੁਰਦਿਆਲ ਜੀ ਬਰਮਿੰਘਮ ਤੋਂ ਬੋਲ ਰਹੇ ਨੇ। ਗੁਰਦਿਆਲ ਜੀ ਸਤਿ ਸ਼੍ਰੀ ਅਕਾਲ। ਗੁਰਦਿਆਲ ਜੀ ਹੈਲੋ। ਉਹ ਕਾਲ ਡ੍ਰੌਪ ਹੋ ਗਈ ਹੈ। ਹੈਲੋ ਮਿਸਟਰ ਚੱਡਾ। ਹਾਂਜੀ ਚੱਡਾ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਠੀਕ ਹੋ ਜੀ? ਹਾਂ ਬਿਲਕੁਲ। ਡਾਕਟਰ ਅਸ਼ੋਕ ਕੁਮਾਰ ਬੈਠੇ ਨੇ ਸਾਡੇ ਨਾਲ। ਹਾਂ ਬਹੁਤ ਖੁਸ਼ੀ ਦੀ ਗੱਲ ਹੈਗੀ। ਹਾਂਜੀ ਅੱਛਾ ਮੈਂ ਸਵਾਲ ਇਹ ਪੁੱਛਣਾ ਹੈਗਾ ਹਾਂਜੀ ਕਿ ਗਵਰਨਮੈਂਟ ਨੇ ਕੋਈ ਪਾਲਿਸੀ, ਕਿਉਂਕਿ ਇੱਥੇ ਜਦੋਂ ਲਾਰਡ ਕਾਰਲਾਈਲ ਆਇਆ ਸੀ ਉਹਨੇ ਇਹ ਸੋਚਿਆ ਸੀਗਾ ਕਿ ਬਈ ਜਿਹੜੇ ਹੈ ਨਾ ਫੰਡਾਮੈਂਟਲਿਸਟ ਰਿਲੀਜੀਅਸ ਬਾਡੀਜ਼ ਹੈਗੀਆਂ
ਉਹਨਾਂ ਨੂੰ ਸਿੱਧੇ ਰਸਤੇ ਪਹੁੰਚਾਉਣ ਲਈ ਥੋੜ੍ਹਾ ਜਿਹਾ ਉਹਨਾਂ 'ਤੇ ਖਰਚਾ ਕੀਤਾ ਜਾਵੇ, ਉਹਨਾਂ ਨੂੰ ਥੋੜ੍ਹੇ ਜਿਹੇ ਪੈਸੇ ਦਿੱਤੇ ਜਾਣ ਤਾਂ ਕਿ ਉਹ ਥੋੜ੍ਹਾ ਜਿਹਾ ਰਿਫੋਰਮ ਹੋ ਜਾਣ। ਮੈਂ ਇਹ ਪੁੱਛਣਾ ਚਾਹੁੰਦਾ ਕਿ ਬਈ ਇਸ ਤਰੀਕੇ ਦੇ ਨਾਲ ਜਿਹੜੇ ਗਵਰਨਮੈਂਟ ਪੈਸੇ ਦਿੰਦੀ ਹੈ, ਇੱਥੇ SNP ਗਵਰਨਮੈਂਟ ਨੇ ਇੱਕ ਸੈਕਸ਼ਨ ਨੂੰ ਪੈਸੇ ਜ਼ਿਆਦਾ ਦਿੱਤੇ ਹੈਗੇ ਆ, ਇਹ ਤਾਂ ਡਿਵਾਈਸਿਵ ਰੋਲ ਹੈ ਕਿ ਨਹੀਂ? ਓਕੇ ਡਾਕਟਰ ਅਸ਼ੋਕ ਕੁਮਾਰ, ਤੁਸੀਂ ਕੁਐਸਚਨ ਸਮਝ ਗਏ ਹੋ ਨਾ? ਉਹ ਇਹ ਹੈਗਾ ਕਿ ਕਿਸੇ ਰਿਲੀਜੀਅਸ ਬਾਡੀ ਨੂੰ ਮਤਲਬ ਫੰਡਿੰਗ ਕੀਤੀ ਜਾ ਰਹੀ ਹੈ ਕਿ ਤੁਸੀਂ ਸੁਸਾਇਟੀ ਨੂੰ ਰੈਡੀਕਲਾਈਜ਼ ਨਾ ਹੋਣ ਦਿਓ। ਅੱਛਾ ਜਿਹੜੇ ਕਮਿਊਨਿਟੀਜ਼ ਐਂਡ ਲੋਕਲ ਗਵਰਨਮੈਂਟ ਡਿਪਾਰਟਮੈਂਟ, ਹਾਂ ਮੈਂ ਵੀ ਸੁਣਿਆ ਸੀਗਾ, ਕਿਉਂਕਿ ਇਸ ਵੇਲੇ ਜਿਹੜੀ ਪ੍ਰੋਬਲਮ ਆ ਰਹੀ ਆ ਹੁਣ ਇਹ ਤਾਂ ਸਾਰਿਆਂ ਨੂੰ ਪਤਾ। ਸੱਚ ਦੱਸੋ ਤੁਸੀਂ। ਨਹੀਂ, ਤੁਹਾਨੂੰ ਸੱਚ ਮੈਂ ਕਹਿ ਰਿਹਾ, ਦੇਖੋ ਨਾ ਇਹ ਪ੍ਰੋਬਲਮ ਜਿਹੜੀ ਆ ਰਹੀ ਹੈ ਨਾ, ਕਿਉਂਕਿ ਜਿਹੜੀ ਇਹ ਪ੍ਰੋਬਲਮ ਅੱਜ ਤੋਂ ਜੇ ਤੁਸੀਂ 20 ਸਾਲ ਪਹਿਲਾਂ ਕਹਿਣਾ ਤਾਂ ਪ੍ਰੋਬਲਮ ਸੀਗੀ ਸਿੱਖ ਐਕਸਟ੍ਰੀਮਿਸਟ ਜਿਹੜੇ ਸੀਗੇ ਨਾ, ਜਿਹੜੇ ਖਾਲਿਸਤਾਨੀਆਂ ਨਾਲ ਸੀਗੀ ਪ੍ਰੋਬਲਮ, ਉਹ ਇਸ ਹਾਂਜੀ ਦੇਖੋ ਨਾ ਉਹ ਪ੍ਰੋਬਲਮ ਐਡੀ ਵੱਡੀ ਨਹੀਂ ਜਿੰਨੀ ਉਸ ਵੇਲੇ ਸੀਗੀ ਅੱਜ ਤੋਂ ਇੱਕ ਹੋਰ ਸਮੇਂ ਦੇ ਵਿੱਚ। ਇਸ ਵੇਲੇ ਹੁਣ ਸਾਰੇ ਐਕਸੈਪਟ ਕਰ ਰਹੇ ਆ ਕਿ ਇੱਕ ਮੁਸਲਿਮ ਐਕਸਟ੍ਰੀਮਿਜ਼ਮ ਨਾਲ ਇਹ ਜਿਹੜੇ ਯੰਗ ਬੱਚੇ ਆ ਉਹ ਦੇ ਆਰ ਬੀਇੰਗ ਇਨਫਲੂਐਂਸਡ ਬਾਈ ਦਿਸ। ਤਾਂ ਇਹ ਦੁੱਖ ਦੀ ਗੱਲ ਹੈ ਕਿ ਜਿਹੜੀ ਜਨਰੇਸ਼ਨ ਹੈ ਰੋਂਗ ਡਾਇਰੈਕਸ਼ਨ ਜਾ ਰਹੀ ਹੈ, ਜਿਹੜੀ ਮੈਂ ਕਹਿੰਦਾ ਸੀਗਾ ਕਿ ਮੇਨ ਸਟ੍ਰੀਮ ਜਾਣੇ ਦੇ ਬਜਾਏ ਉਹ ਇੱਕ ਹੋਰ ਡਾਇਰੈਕਸ਼ਨ ਦੇ ਵਿੱਚ ਜਾ ਰਹੀ। ਤਾਂ ਗਵਰਨਮੈਂਟ ਇਹ ਕੋਸ਼ਿਸ਼ ਕਰ ਰਹੀ ਹੈ ਕਿ ਉਹਨਾਂ ਨੂੰ ਨਾ ਟਰਾਈ ਟੂ ਪੁੱਲ them back from that direction। ਜੇ ਉਹਦੇ ਲਈ ਇਫ ਯੂ ਆਰ ਸਪੈਂਡਿੰਗ ਸਮ ਮਨੀ and trying to reform them, then ਜਿਹੜੀਆਂ ਸਿਚੁਏਸ਼ਨ 2005 ਦੇ ਵਿੱਚ 7 ਜੁਲਾਈ 'ਚ ਹੋਇਆ ਸੀਗਾ, if we can avoid that ਨਾ, ਇਹ ਤਾਂ ਫਿਰ ਅੱਛੀ ਗੱਲ ਨਹੀਂ ਹੋਈ। So you think that is money well spent? well ਉਹ ਤਾਂ ਫਿਰ ਟਾਈਮ ਹੀ ਦੱਸੇਗਾ ਨਾ, ਇਸ ਵੇਲੇ ਤਾਂ ਹੁਣ ਅਸੀਂ ਕਹਿ ਨਹੀਂ ਕਰ ਸਕਦੇ ਨਾ। ਜਿਹੜੀ ਹਕੀਕਤ ਹੈਗੀ ਆ ਪੈਸੇ ਉੱਥੇ ਜਾਂਦੇ ਮੁੜ ਕੇ ਜੀ, ਪੈਸੇ ਜਿਹੜੇ ਆ ਨਾ ਐਸੋਸੀਏਸ਼ਨ ਨੂੰ ਦਿੱਤੇ ਜਾਂਦੇ ਆ, ਹਾਂਜੀ ਪੈਸੇ ਮੋੜ ਘੋੜ ਕੇ ਉੱਥੇ ਚਲੇ ਜਾਂਦੇ ਜੀ। ਦੇਖੋ ਇਹ ਨਾ ਹੁਣ ਉਹ ਸਮਝੇ ਕਰਦਾ, ਹਾਂ ਇਹ ਜਿਹੜੇ ਨਾ ਮਤਲਬ ਜੇ ਇਹ ਗੱਲ ਹੈ ਤਾਂ ਇਹ ਆਫ ਕੋਰਸ ਜਿਹੜੇ ਡਿਪਾਰਟਮੈਂਟ ਨੂੰ ਫਿਰ ਜੇ ਡਿਪਾਰਟਮੈਂਟ ਨੂੰ ਰਿਅਲਾਈਜ਼ ਕਰਨਾ ਪਏਗਾ ਕਿ ਇਹ ਸਕਸੈਸ ਨਹੀਂ ਹੋ ਰਿਹਾ, ਵਿਦ ਟਾਈਮ ਦ ਮਨੀ ਇਜ਼ ਬੀਇੰਗ ਵੇਸਟਡ। ਪਰ ਮੈਂ ਕਹਿਣਾ ਕਿ ਐਟਲੀਸਟ ਚਾਂਸ ਕੋਸ਼ਿਸ਼ ਤਾਂ ਕਰਨੀ ਚਾਹੀਦੀ ਆ ਕਿ ਜਿਹੜੇ ਯੰਗ ਬੱਚੇ ਆ, ਇਹ ਪਹਿਲਾਂ ਜਨਰੇਸ਼ਨ ਜਿਹੜੀ ਮਦਰਾਸਿਆਂ ਤੋਂ ਦੈਨ ਬੀਇੰਗ ਜਿਹੜੀ ਐਜੂਕੇਟਡ ਔਰ ਮਿਸ ਐਜੂਕੇਟਡ ਦੈਨ ਬੀਇੰਗ ਟੇਕਨ ਨਾ ਦੂਸਰੇ ਪਾਸੇ ਦੈਨ ਇਨਟੂ ਪੋਲੀਟੀਕਲ ਐਕਸਟ੍ਰੀਮਿਜ਼ਮ। ਜੇ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਐਟਲੀਸਟ ਟਰਾਈ ਟੂ ਪੁੱਲ them back ਨਾ, ਤਾਂ ਐਟਲੀਸਟ ਸਾਨੂੰ ਅਟੈਂਪਟ ਕਰਨਾ ਚਾਹੀਦਾ। ਚੱਡਾ ਸਾਹਿਬ, ਹਾਂਜੀ ਲਾਈਨ ਤੇ ਹੋ ਨਾ? ਪਤਾ ਨਹੀਂ ਤੁਹਾਨੂੰ ਤਸੱਲੀ ਹੋਈ ਕਿ ਨਹੀਂ ਇਹਨਾਂ ਦੇ ਆਨਸਰ ਦੇ ਨਾਲ, ਪਰ ਮੈਂ ਤੁਹਾਨੂੰ ਇਹ ਵੀ ਪੁੱਛਣਾ ਚਾਹੁੰਦਾ ਹੈਗਾ ਕਿ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਮੇਨ ਸਟ੍ਰੀਮ ਪੋਲਿਟਿਕਸ ਹੈ ਉਹਦੇ ਵਿੱਚ ਅਗਰ ਸਾਡੇ ਵੱਧ ਤੋਂ ਵੱਧ ਲੋਕ ਹੋਣਗੇ ਤਾਂ ਇਸ ਕੰਟਰੀ ਦੀ ਜਿਹੜੀ ਪੋਲਿਟਿਕਸ ਹੈ ਉਹਨੂੰ ਇਨਫਲੂਐਂਸ ਕਰ ਸਕਦੇ। ਜਿਸ ਤਰ੍ਹਾਂ ਸ਼ੱਕ ਨਹੀਂ, ਉਹ 'ਚ ਕੋਈ ਸ਼ੱਕ ਜਿਹੜੇ ਜਿੱਦਾਂ ਹਮੇਸ਼ਾ ਹੀ ਜਿੱਥੇ ਵੀ ਮੈਂ ਸਪੀਚਾਂ ਕੀਤੀਆਂ ਉੱਥੇ ਇਹੀ ਕਹੀਦਾ ਕਿ ਯੰਗ ਪੀਪਲ ਨੂੰ ਥੋੜ੍ਹਾ ਜਿਹਾ ਇਨਵੋਲਵ ਹੋਣਾ ਚਾਹੀਦਾ। ਪਰ ਅਨਫੋਰਚੂਨੇਟਲੀ ਕਿ ਜਿਹੜੀਆਂ ਰਿਲੀਜੀਅਸ ਬੋਡੀਆਂ ਹੁਣ ਲਾਈਕ ਤੁਸੀਂ ਵੀ ਉੱਥੇ IWH 'ਚ ਹੁੰਦੇ ਸੀ, ਉਹ ਕਹਿੰਦੇ ਹੁੰਦੇ ਸੀ ਕਿ ਤੁਸੀਂ ਨਾ ਕਿ ਪੋਲੀਟਿਕਸ ਲੋਕਲ 'ਚ ਜਾਓ, ਤੁਸੀਂ ਸਿਰਫ IWH ਦੇ ਅਦਾਰੇ 'ਚ ਰਹੋ। ਇਹ ਗੱਲਾਂ ਜਿਹੜੀਆਂ ਨਾ, ਕਿਉਂਕਿ ਪੋਲੀਟਿਕਸ 'ਚ ਆਉਣ ਲਈ ਤੁਹਾਨੂੰ ਸਾਰਾ ਸੋਚਣਾ, ਇਹ ਅਸ਼ੋਕ ਸਾਹਿਬ ਸਹੀ ਕਹਿ ਰਹੇ ਹੈਗੇ ਆ ਕਿ ਯੂ ਗੋਟ ਟੂ ਟੇਕ ਅ ਬ੍ਰੌਡਰ ਪਿਕਚਰ, ਯੂ ਗੋਟ ਟੂ ਟੇਕ ਅ ਬ੍ਰੌਡਰ ਵਿਊ ਆਫ ਦ ਵਰਲਡ, broader view of your community. You cannot just stay within that race relation act or within the race relation area. ਦੁਨੀਆ ਦੇ ਵਿੱਚ ਨਾ ਇਨਸਾਨੀਅਤ ਮੋਰ ਇੰਪੋਰਟੈਂਟ ਹੈਗੀ ਆ ਦੈਨ। ਬਿਲਕੁਲ ਤੁਹਾਡੀ ਗੱਲ ਦਰੁਸਤ ਹੈ। ਇਹ ਜਿਹੜੀ ਮੇਨ ਸਟ੍ਰੀਮ ਪੋਲਿਟਿਕਸ ਹੈਗੀ ਆ, ਉਹਨਾਂ ਨੇ ਇਹੀ ਗੱਲ ਕਹੀ ਆ ਕਿ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਹੈ ਹੁਣ ਉੱਥੇ ਇਸ ਵੇਲੇ 12-13 ਮੇਰੇ ਖਿਆਲ ਏਸ਼ੀਅਨ ਹੈ, ਬਾਕੀ ਬਲੈਕ ਹੈਗੇ ਆ, ਮਤਲਬ ਟੋਟਲ ਮਿਲਾ ਕੇ ਸਾਰੇ 18 ਹੈਗੇ ਐਥਨਿਕ ਮਿਨੋਰਿਟੀ ਕਮਿਊਨਿਟੀ ਤੋਂ। ਹਾਂਜੀ, ਮੈਂ ਵੀ ਉਹਨਾਂ 'ਚ ਇੱਕ। ਅੱਛਾ ਹਾਂਜੀ, ਹੋਣੇ ਚਾਹੀਦੇ 50, ਹਾਂਜੀ ਹੋਣੇ ਚਾਹੀਦੇ 50 ਦਾ ਇੱਦਾਂ ਹੈ ਨਾ ਕਿ ਜਿੰਨੀ ਦੇਰ ਤੱਕ ਪਹਿਲੀ ਤਾਂ ਗੱਲ ਹੈਗੀ ਆ ਕਿ ਤੁਸੀਂ ਪਾਰਟੀਆਂ ਨੂੰ ਜੁਆਇਨ ਕਰੋ, ਦੂਸਰੇ ਪਾਸੇ ਹੈਗਾ ਕਿ ਦਿਲਚਸਪੀ ਲਾਓ, ਤੀਸਰੇ ਪਾਸੇ ਹੈਗਾ ਕਿ ਤੁਹਾਡਾ ਕੋਈ you are committed to do something, you know, you are just not there because you got money. You have to have a belief. The commitment is very important. Politics ਦੇ ਵਿੱਚ ਥੋੜਾ ਜਿਹਾ belief ਹੈ ਨਾ, ਤੁਹਾਡਾ ਕੋਈ ਵਿਜ਼ਨ ਹੋਣਾ ਚਾਹੀਦਾ, ਤੁਹਾਡੇ ਵਿੱਚ ਕੋਈ ਇਹ ਸੋਚਣਾ ਚਾਹੀਦਾ ਕਿ ਤੁਸੀਂ ਦੁਨੀਆ ਦਾ ਕੀ ਕਰਨਾ, ਆਪਣਾ ਨਹੀਂ। ਕਿਉਂਕਿ ਦੁਨੀਆ ਜਿਹੜੇ ਇੱਥੇ ਜਿਹੜੇ ਲੋਕ ਹੈਗੇ ਆ ਉਹ ਪੈਸੇ ਕਮਾਉਣ 'ਚ ਆਏ ਹੋਏ ਆ, ਉਹਨਾਂ ਨੂੰ ਹੋਰ ਕੋਈ
ਉਹਨਾਂ ਦਾ ਜਿਹੜਾ ਦੂਰ ਅੰਦਾਜ਼ ਹੈ ਹੀ ਨਹੀਂ। ਮੈਂ ਤੁਹਾਨੂੰ ਇੱਕ ਗੱਲ ਦੱਸਾਂ ਸਾਥੀ ਜੀ, ਇੱਕ ਗੱਲ ਆਈ ਹਾਂ ਚੱਡਾ ਸਾਹਿਬ ਦਾ ਜਿਸਲੇ ਕਿਹਾ ਪੈਸੇ ਲਈ, ਮੈਨੂੰ ਇੱਕ ਗੱਲ ਆਈ ਮੈਨੂੰ ਚੇਤੇ, ਜਿਸ ਵੇਲੇ ਮੈਂ ਲੇਬਰ ਪਾਰਟੀ ਦੇ ਵਿੱਚ ਲੇਬਰ ਪਾਰਟੀ ਦਾ ਮੈਂ ਵੀ ਲੇਬਰ ਦਾ ਮੈਨ ਹਾਂ। ਹਾਂਜੀ, ਜੇ ਮੈਂ ਜੁਆਇਨ ਹੋਇਆ ਸੀਗਾ ਨਾ ਤਾਂ ਪਹਿਲਾਂ ਮੈਂ 15 ਦੀ ਮੇਰੀ 15 ਸਾਲਾਂ ਦੀ ਉਮਰ ਸੀਗੀ, ਮੈਂ ਲੀਫਲੇਟ ਨਾਲ ਲੋਕਾਂ ਦੇ ਘਰ ਡਿਸਟ੍ਰੀਬਿਊਟ ਕਰਦਾ ਹੁੰਦਾ ਸੀ। ਤਾਂ ਮੇਰੇ ਰਿਸ਼ਤੇਦਾਰ ਕਹਿੰਦੇ ਹੁੰਦੇ ਸੀ, ਪੁੱਛਦੇ ਹੁੰਦੇ ਸੀ, ਕਹਿੰਦੇ ਤੈਨੂੰ ਕਿੰਨੇ ਪੈਸੇ ਮਿਲਦੇ ਆ? ਮੈਂ ਉਹਨਾਂ ਨੂੰ ਕਹਿੰਦਾ ਜੀ ਕੋਈ ਪੈਸੇ ਨਹੀਂ ਮਿਲਦੇ, ਇਹ ਮੇਰੇ ਬਿਲੀਫ ਹੈ ਤਾਂ ਮੈਂ ਡਿਸਟ੍ਰੀਬਿਊਟ ਕਰ ਰਿਹਾ। ਉਹ ਕਹਿੰਦੇ ਇਦਾਂ ਨਹੀਂ ਕਰੀਦਾ ਹੁੰਦਾ, ਜਿੱਲੇ ਤੈਨੂੰ ਪੈਸੇ ਮਿਲੇਗੇ ਤੂੰ ਫੇਰ ਕਰਿਆ ਕਰ ਡਿਸਟ੍ਰੀਬਿਊਟ। ਤਾਂ ਮੈਨੂੰ ਉਹ ਗੱਲ ਚੇਤੇ ਆ ਗਈ ਜਿੱਲੇ ਤੁਸੀਂ ਪੈਸਿਆਂ ਦੀ ਗੱਲ ਕੀਤੀ ਆ। ਉਸ ਸਟੇਜ ਤੋਂ ਮੈਂ ਵੀ ਲੰਘ ਚੁੱਕਾ ਹਾਂ। ਇਹ ਗੱਲ ਵਿੱਚ ਇਹ ਹੋ ਜਾਂਦੀ ਹੈ ਨਾ ਕਿ ਦੁਨੀਆਦਾਰੀ ਦੇ ਪਾਲਣ ਲਈ ਹੈ ਨਾ ਤੁਹਾਨੂੰ ਆਪਣਾ ਆਪ ਭੁੱਲ ਜਾਣਾ ਚਾਹੀਦਾ, ਦੂਸਰੇ ਬਾਰੇ ਸੋਚਣਾ ਚਾਹੀਦਾ। ਚੱਡਾ ਸਾਹਿਬ ਸੁਖ ਨਾਲ ਆਪਣੇ ਕਾਫੀ ਕਾਉਂਸਲਰ ਹੈਗੇ, ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਸੀ, ਮਤਲਬ ਸਾਡਾ ਜਿਹੜਾ ਈਲਿੰਗ ਦਾ ਏਰੀਆ, ਸਾਊਥ ਹਾਲ ਦਾ ਏਰੀਆ, ਇਹਦੇ ਵਿੱਚ ਤਾਂ ਹੈਗਾ ਹੀ ਹੈਗਾ। ਮਤਲਬ ਕੋਵੈਂਟਰੀ ਦੇ ਵਿੱਚ, ਡਰਬੀ ਦੇ ਵਿੱਚ, ਬ੍ਰੈਡਫੋਰਡ 'ਚ, ਸਾਰੇ ਪਾਸੇ ਮਤਲਬ ਸਾਡੇ ਕਾਉਂਸਲਰ ਹੈ। ਮੋਸਟਲੀ ਉਹ ਕਾਉਂਸਲਰ ਜਿਹੜੇ ਫਸਟ ਜਨਰੇਸ਼ਨ ਦੇ ਕਾਉਂਸਲਰ ਆ, ਉਹਦੀ ਇੱਕ ਵਜ੍ਹਾ ਵੀ ਹੈਗੀ ਆ ਕਿ ਉਹ ਕਈਆਂ ਦੇ ਬੱਚੇ ਬਹੁਤ ਛੋਟੇ ਨੇ, ਹਜੇ ਸ਼ਾਇਦ ਨਾ ਪੋਲੀਟਿਕਸ ਵਿੱਚ ਜਾ ਸਕਦੇ ਹੋਣਗੇ। ਡੂ ਯੂ ਥਿੰਕ ਕਿ ਉਹਨਾਂ ਦੀ ਜਿਹੜੀ ਕਮਿਟਮੈਂਟ ਹੈ ਟੂਵਰਡਸ ਪੋਲੀਟਿਕਸ ਇਨ ਦਿਸ ਕੰਟਰੀ ਔਰ ਟੂਵਰਡਸ ਦਾ ਇਸ਼ੂਜ਼ ਜਿਹੜੀ ਉਹਨਾਂ ਦੇ ਕਨਸਟੀਟੂਐਂਸੀ ਦੇ ਹੈਗੇ, ਡੂ ਯੂ ਥਿੰਕ ਦੇ ਟੈਕਲ ਇਟ ਨਾਈਸਲੀ? ਨਹੀਂ, ਇੱਦਾਂ ਆ ਕਿ ਹੁਣ ਮੈਂ ਤਾਂ ਆਪਣਾ ਤਜਰਬਾ ਦੱਸ ਸਕਦਾ, ਮੈਂ ਦੂਸਰਿਆਂ ਬਾਰੇ ਗੱਲ ਨਹੀਂ ਕਰ ਸਕਦਾ ਜੀ। ਇਹ ਹੈਗਾ ਕਿ ਬਈ ਮੈਂ ਇੱਕ ਵਾਰੀ ਨਹੀਂ ਜਿੱਤਿਆ, ਮੈਂ 4-5 ਵਾਰੀ ਜਿੱਤ ਚੁੱਕਾ। ਹਾਂਜੀ, ਉਹਦੀ ਵਜ੍ਹਾ ਇਹੀ ਹੈ ਕਿ ਬਈ ਯੂ ਗੋਟ ਟੂ ਬੀ ਵਿਦ ਪੀਪਲ ਵਾਟ ਦੇ ਫੀਲ, ਯੂ ਨੋ। ਐਂਡ ਰੇਸਿਜ਼ਮ ਤਾਂ ਰਹਿਣਾ ਹੀ ਹੈ, ਥੋੜਾ ਬਹੁਤਾ ਤਾਂ ਰਹਿੰਦਾ ਹੀ ਹੈ, ਮੇਰੇ ਨਾਲ ਵੀ ਰਿਹਾ। ਮੈਂ ਤਾਂ ਸਗੋਂ ਕੇਸ ਕੀਤਾ ਹੋਇਆ ਸੀਗਾ ਔਰ ਮੈਂ ਜਿੱਤਿਆ ਵੀ ਹੈ, ਇਹ ਵੀ ਉਹ ਕੇਸ ਚੱਲ ਰਿਹਾ ਹਜੇ। ਬਟ ਇੱਦਾਂ ਹੈਗਾ ਕਿ ਤੁਹਾਨੂੰ ਯੂ ਗੋਟ ਟੂ ਸਟੈਂਡ ਬਾਈ ਯੂਰ ਪ੍ਰਿੰਸੀਪਲ, ਬਾਈ ਯੂਰ ਵੈਲਿਊਜ਼, ਬਾਈ ਯੂਰ ਸਟੈਂਡ, ਵਟ ਐਵਰ ਸਟੈਂਡ ਯੂ ਟੇਕ। I think, you know, life is not simple ਕਿ ਬਈ fight ਤਾਂ ਕਰਨੀ ਪੈਂਦੀ ਹੈ। ਸਾਥੀ ਜੀ, there has been politically within the political mainstream parties now there has been a change now. ਇੱਕ time ਸੀਗਾ, it was very very difficult, there was racism within all three main parties now, but with time things have changed. Now the parties welcome people from Black and Asian communities and actually positively try to promote them now. So there is a great opportunity certainly for the next generation to actually take advantage of that and achieve things. That's great. Thank you very much ਚੱਡਾ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਕੋਈ ਬਾਤ ਨਹੀਂ ਜੀ, ਥੈਂਕ ਯੂ ਜੀ, ਬਹੁਤ ਸ਼ੁਕਰੀਆ। That was Mr. ਚੱਡਾ ਦੋਸਤੋ। ਔਰ ਦੋਸਤੋ ਤੁਸੀਂ ਅੱਜ ਪ੍ਰੋਗਰਾਮ ਜਿਹੜਾ ਸੁਣ ਰਹੇ ਹੋ, ਸਾਡੇ ਨਾਲ ਡਾਕਟਰ ਅਸ਼ੋਕ ਕੁਮਾਰ ਮੈਂਬਰ ਪਾਰਲੀਮੈਂਟ ਬੈਠੇ ਨੇ, ਇਹਨਾਂ ਦੇ ਨਾਲ ਗੱਲਬਾਤ ਹੋ ਰਹੀ ਹੈ ਔਰ ਇੱਥੋਂ ਦੀ ਜਿਹੜੀ ਪੋਲੀਟਿਕਸ ਹੈ, ਇੱਥੋਂ ਦੀ ਜਿਹੜੀਆਂ ਸਮੱਸਿਆਵਾਂ ਹੈਗੀਆਂ ਉਹਨਾਂ ਬਾਰੇ ਗੱਲਾਂ ਬਾਤਾਂ ਹੋ ਰਹੀਆਂ। ਇਹਦੇ ਵਿੱਚ ਵੀ ਤੁਹਾਨੂੰ ਦਿਲਚਸਪੀ ਲੈਣ ਦੀ ਲੋੜ ਹੈਗੀ ਹੈ। ਟੈਲੀਫੋਨ ਨੰਬਰ 08451368040। ਇੱਕ ਬ੍ਰੇਕ ਤੇ ਜਾਵਾਂਗੇ, ਬ੍ਰੇਕ ਤੋਂ ਬਾਅਦ ਆਪਾਂ ਫਿਰ ਮਿਲਦੇ ਹਾਂ। Monkey, you know I always say there's no other team to beat PG. Yes? Well, if you're lying. Like when you said there was an angry owl in the biscuit cupboard. OK, Topstep, pay attention. PG Tips uses pyramid bags. So if we test one against a round tea bag... And a digger. Yes, and a digger. You'll see the tea's got more room to move, freeing the taste for a perfect cuppa. Ta very much. Hey! The student has become the master. Every week, there are hundreds of new offers at Summerfield. Less than half price on Tetley tea bags is just one of them. For fresh offers every week, pop into Summerfield. ਦੋਸਤੋ ਵੈਲਕਮ ਬੈਕ। ਗੱਲਬਾਤ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ ਸਨਰਾਈਜ਼ ਟੈਲੀਵਿਜ਼ਨ ਤੇ, ਸਨਰਾਈਜ਼ ਟੈਲੀਵਿਜ਼ਨ ਔਨ ਚੈਨਲ 830। ਔਰ ਇਹ ਗੱਲਬਾਤ ਪ੍ਰੋਗਰਾਮ ਦੋਸਤੋ 2 ਘੰਟੇ ਦਾ ਪ੍ਰੋਗਰਾਮ ਹੁੰਦਾ ਐਵਰੀ ਸੰਡੇ ਫਰੋਮ 6 to 8 PM। ਔਰ ਇਹਦੇ ਵਿੱਚ ਅਸੀਂ ਮਹਿਮਾਨ ਵੀ ਲਿਆਉਂਦੇ ਹਾਂ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਅੱਜ ਦੇ ਸਾਡੇ ਇਸ ਘੰਟੇ ਦੇ ਮਹਿਮਾਨ ਹੈਗੇ ਨੇ ਡਾਕਟਰ ਅਸ਼ੋਕ ਕੁਮਾਰ, ਮੈਂਬਰ ਪਾਰਲੀਮੈਂਟ ਫॉर ਮਿਡਲਬਰਾ ਸਾਊਥ ਐਂਡ ਈਸਟ ਕਲੀਵਲੈਂਡ। ਕਿੱਤੇ ਵਜੋਂ ਸਾਇੰਟਿਸਟ ਨੇ ਔਰ ਸਾਇੰਟਿਸਟ ਵੀ ਹੈਗੇ ਨੇ ਜਿਹੜੇ ਸਟੀਲ ਦੇ ਵਿੱਚ ਮਤਲਬ ਕੰਮ ਕਰਨ ਵਾਲੇ ਹੁੰਦੇ ਨੇ, ਉਹਨਾਂ ਦੀ ਮਤਲਬ ਰਿਸਰਚ ਦੇ ਵਿੱਚ ਇਹਨਾਂ ਨੇ ਸਪੈਸ਼ਲਾਈਜ਼ ਕੀਤਾ ਹੋਇਆ। ਡਾਕਟਰ ਅਸ਼ੋਕ ਕੁਮਾਰ, ਮੈਂ ਇੱਕ ਤਾਂ ਪਹਿਲੀ ਖੁਸ਼ੀ ਦੀ ਗੱਲ ਹੈ ਕਿ ਟਾਟਾ ਮੋਟਰਸ ਵਾਲਿਆਂ ਨੇ ਮਤਲਬ ਇੱਥੋਂ ਦੀ ਜਿਹੜੀ ਇੰਡਸਟਰੀ ਆ ਉਹਦੇ ਉੱਤੇ ਚੰਗੀ ਆਪਣੀ ਮੋਹਰ ਛਾਪ ਛੱਡੀ ਆ। ਤੁਸੀਂ ਕਿਉਂਕਿ ਸਟੀਲ ਵਿੱਚੋਂ
ਲక్ష్ਮੀ ਮਿੱਤਲ ਵਾਂਗ ਸਟੀਲ ਤਾਂ ਬੜੀ ਵੱਡਾ ਬਿਜ਼ਨਸ ਆ। ਤੇ ਟਾਟਾ ਵਰਗੀਆਂ ਜਿਹੜੀਆਂ ਕੰਪਨੀਆਂ ਹੈਗੀਆਂ ਇਸ ਕੰਟਰੀ ਦੀਆਂ ਕੰਪਨੀਆਂ ਨੂੰ ਟੇਕ ਓਵਰ ਕਰ ਰਹੀਆਂ ਜਿਹੜੀ, ਇਹਦੇ ਬਾਰੇ ਤੁਹਾਡਾ ਕੀ ਖਿਆਲ ਆ? ਜੀ ਇਹ ਤਾਂ ਹੁਣ ਅਸੀਂ ਜਿਹੜੀ ਇਕਨੋਮੀ ਹੈ, ਹੁਣ ਅਸੀਂ ਵੀ ਲਿਵ ਇਨ ਅ ਗਲੋਬਲ ਮਾਰਕੀਟ, ਗਲੋਬਲ ਇਕਨੋਮੀ, ਤਾਂ ਇਨ ਅ ਵੇ ਜਿਸ ਲਈ ਹੁਣ ਟਾਟਾ ਸਟੀਲ ਨੇ ਪਹਿਲਾਂ ਤੁਸੀਂ ਟੇਕ ਓਵਰ ਕਰਨ ਦੀ ਕੋਸ਼ਿਸ਼ ਕੀਤੀ ਸੀ ਕੋਰਸ ਦੀ, ਉਸ ਵੇਲੇ ਐਬਸੋਲੂਟਲੀ ਦੇयर ਵਾਸ ਅ ਲੋਟ ਆਫ ਵਰੀਜ਼, ਕਿਉਂਕਿ ਜਿਹੜੀ ਫੋਰਨ ਕੰਪਨੀ ਕਹਿੰਦੇ ਸੀਗੇ ਕਿ ਜਿਹੜੀਆਂ ਮਤਲਬ ਦੇ ਜਨਰਲੀ ਆਰ ਆਊਟ ਟੂ ਐਸੈਟ ਸਟ੍ਰਿਪ, ਤਾਂ ਦੇ ਵਰ ਗੋਇੰਗ ਟੂ ਐਕਚੁਅਲੀ ਰਿਡਿਊਸ ਵਰਕ ਫੋਰਸ ਐਂਡ ਸੋ ਫੋਰਥ। ਐਂਡ ਪਰ ਉਸ ਵੇਲੇ ਮੈਂ ਉਹਨਾਂ ਨੂੰ ਆਈ ਰੋਟ ਐਨ ਆਰਟੀਕਲ, ਮੈਂ ਲੋਕਲ ਪੇਪਰ ਦੇ ਵਿੱਚ ਮੇਰੇ ਇਨ ਮਿਡਲਸਬਰਾ 1000 ਵਰਡ ਆਰਟੀਕਲ ਸਪੋਰਟ ਕੀਤਾ ਸੀਗਾ, ਕਿਉਂਕਿ ਮੈਂ ਉਹਨਾਂ ਨੂੰ ਕਿਹਾ ਸੀ ਕਿ ਟਾਟਾ ਦੀ ਹਿਸਟਰੀ ਆ, ਦੇ ਆਰ ਅ ਗ੍ਰੇਟ ਸਕਸੈਸਫੁਲ ਬਿਜ਼ਨਸ, they have good industrial relations as far as I know, been a great success story. And the trade unions again, they were worried that that not to worry, but obviously to share genuine concerns with each other. Nale, I was able to speak to Tata because of my own as a chair of the British Indo-Parliamentary Group, and I chair the British Indo-Parliamentary Group in Parliament, and also I was able to talk to them and say, be honest, be truthful with them, with the workforce. You will be well respected. And because I used to work in the steel industry, and I knew the whole situation as such. And I guess there's been a great success story. Tata's takeover of Chorus has been a great success, wonderful relations, and 2-3 years later, we can see the success as such. That is wonderful. Wonderful news. ਓਕੇ ਡਾਕਟਰ ਸਾਹਿਬ, ਗੱਲ ਕਰ ਲਈਏ ਬਲਵੰਤ ਸਿੰਘ ਸੋਢੀ ਹੋਰਾਂ ਦੇ ਨਾਲ, ਸਾਊਥ ਹਾਲ ਤੋਂ ਬੋਲ ਰਹੇ ਨੇ। ਸੋਢੀ ਸਾਹਿਬ ਸਤਿ ਸ੍ਰੀ ਅਕਾਲ। ਹਾਂਜੀ ਆਪਣੇ ਸਤਿ ਸ੍ਰੀ ਅਕਾਲ ਜੀ ਡਾਕਟਰ ਸਾਹਿਬ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ ਮੈਂ ਬਲਵੰਤ ਸਿੰਘ ਧਾਮੀ ਬੋਲ ਰਿਹਾ। ਹਾਂਜੀ। ਤੇ ਤੁਹਾਡੇ ਆਪਣੇ ਟੀਵੀ ਦੇ ਉੱਤੇ ਵੀ ਤੁਹਾਡੇ ਪ੍ਰੋਗਰਾਮ ਸੁਣ ਰਹੇ ਆ, ਪਰ ਤੁਹਾਡੀਆਂ ਬੜੀਆਂ ਜਿਹੜੀਆਂ ਕਾਫੀ ਤਾਰੀਫ ਲਾਇਕ ਕੰਮ ਹੋਏ ਆ। ਹਾਂਜੀ। ਸਾਨੂੰ ਇੰਨਾ ਬੜਾ ਮਾਣ ਹੈਗਾ ਵੀ ਤੁਸੀਂ ਪੰਜਾਬੀ ਆਪਣੀ ਕਮਿਊਨਿਟੀ ਨੂੰ ਤੁਸੀਂ ਫਰੰਟ ਲਾਈਨ ਦੇ ਉੱਤੇ ਲਿਆ ਰਹੇ ਆ, ਤੇ ਇਸ ਚੀਜ਼ ਦਾ ਬੜਾ ਪ੍ਰਾਊਡ ਆ। ਤੇ ਤੁਹਾਡੀ ਵਰਿੰਦਰ ਸ਼ਰਮਾ ਹੁਣ ਵੀ, ਮੈਂ ਉਹਨਾਂ ਦਾ ਪੜੋਸੀ ਆ, ਬੜੀ ਕਰਦੇ ਹੁੰਦੇ ਆ। ਉਹਨਾਂ ਨੇ, ਉਹ ਦੋਸਤ ਹੈ ਜੀ ਆਪਣੇ, ਮੇਰੇ ਤਾਂ ਬਹੁਤ ਪੱਕੇ ਦੋਸਤ ਹੈ, ਮੇਰੀ ਬਹੁਤ ਫਰੈਂਡਸ਼ਿਪ ਹੈ ਉਹਨਾਂ ਦੇ ਨਾਲ। ਹਾਂਜੀ ਹਾਂਜੀ, ਬੜੇ ਪ੍ਰੇਮ ਦੇ ਨਾਲ ਅਸੀਂ ਇੱਕ ਦੂਸਰੇ ਨਾਲ ਪੰਜਾਬੀ ਚ ਗੱਲ ਕਰਦੇ ਹੁੰਨੇ ਆ ਪਾਰਲੀਮੈਂਟ ਚ ਬੈਠੇ। ਹਾਂਜੀ ਹਾਂਜੀ ਹਾਂਜੀ। ਤੇ ਦੇਖੋ ਚੀਜ਼ ਇਹ ਆ ਵੀ ਜਦੋਂ ਤੁਸੀਂ ਕੋਈ ਚੰਗੇ ਕੰਮ ਕਰਦੇ ਆ, ਤੁਹਾਡੀ ਕਮਿਊਨਿਟੀ ਤੁਹਾਨੂੰ ਜਿਹੜੀ ਆ ਉਹ ਯਾਦ ਕਰਦੀ ਆ, ਤੇ ਤੁਹਾਡਾ ਜਿਹੜੇ ਚੰਗੇ ਕੰਮ ਕੀਤੇ ਹੋ ਪਾਰਲੀਮੈਂਟ ਦੇ ਵਿੱਚ, ਆਉਣ ਵਾਲੀ ਪਨੀਰੀ ਨੂੰ ਵੀ ਯਾਦ ਰੱਖਣੇ ਆ, ਤੇ ਅਸੀਂ ਵੀ ਯਾਦ ਰੱਖ ਰਹੇ ਆ। ਇਹ ਸਹੀ ਗੱਲ ਹੈ। ਹਾਂਜੀ ਸਹੀ ਗੱਲ ਹੈ। ਅਸੀਂ ਤੁਹਾਡੇ ਨਾਲ ਆ, ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ। ਥੈਂਕ ਯੂ ਜੀ। ਕਮਿਊਨਿਟੀ ਦੀ ਸੇਵਾ ਕਰੋ, ਅਸੀਂ ਤੁਹਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਅਸੀਂ That is wonderful. ਸੋਢੀ ਸਾਹਿਬ ਤਿਆਰ ਆ। ਇਹ ਬਲਵੰਤ ਸਿੰਘ ਜੀ, ਬਲਵੰਤ ਸਿੰਘ ਧਾਮੀ ਕਿਹਾ ਤੁਸੀਂ? ਹਾਂਜੀ ਬਲਵੰਤ ਸਿੰਘ ਧਾਮੀ ਜੀ। ਉਹ ਅੱਛਾ, ਉੱਥੇ ਗਲਤ ਪ੍ਰਿੰਟ ਹੋਇਆ, ਸੋਢੀ ਲਿਖਿਆ ਹੋਇਆ। ਨਹੀਂ ਉਹ ਬਾਈ ਮਿਸਟੇਕ ਲਿਖਿਆ, ਬਲਵੰਤ ਸਿੰਘ ਧਾਮੀ। ਧਾਮੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਥੈਂਕ ਯੂ ਵੈਰੀ ਮਚ। ਔਰ ਕਾਉਂਸਲਰ ਰਾਜੂ ਸੰਸਾਰਪੁਰੀ ਆਏ ਨੇ ਲਾਈਨ ਤੇ। ਰਾਜੂ ਸੰਸਾਰਪੁਰੀ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹੋਰ ਜੀ ਸਾਥੀ ਸਾਹਿਬ ਕਿੱਦਾਂ ਹਾਲ ਚਾਲ ਜੀ? ਬਿਲਕੁਲ ਹੀ ਠੀਕ। ਹਾਂਜੀ ਹਾਂਜੀ। ਮੈਂ ਸੌਰੀ ਨਾ ਪ੍ਰੋਗਰਾਮ ਪਹਿਲਾਂ ਦੇਖ ਨਹੀਂ ਰਿਹਾ ਸੀ, ਮੈਂ ਹੁਣੀ ਆਇਆ ਹੀ ਆ ਕੇ ਟੀਵੀ ਔਨ ਕੀਤਾ, ਇਸ ਕਰਕੇ ਮੈਨੂੰ ਇਹ ਨਹੀਂ ਪਤਾ ਕੀ ਗੱਲਬਾਤ। ਨਹੀਂ ਗੱਲਬਾਤ ਇਹ ਹੋ ਰਹੀ ਹੈ ਕਿ ਡਾਕਟਰ ਅਸ਼ੋਕ ਕੁਮਾਰ ਮੈਂਬਰ ਪਾਰਲੀਮੈਂਟ ਸਾਡੇ ਕੋਲ ਬੈਠੇ ਨੇ। ਹਾਂਜੀ। ਤੇ ਅਸੀਂ ਗੱਲ ਬੇਸਿਕਲੀ ਇਹ ਕਰ ਰਹੇ ਹਾਂ ਕਿ ਜਿਹੜੀ ਫਸਟ ਜਨਰੇਸ਼ਨ ਦੇ ਜਿਹੜੇ ਇਮੀਗ੍ਰੈਂਟ ਆ, ਉਹਨਾਂ ਦੇ ਵਿੱਚ ਤਾਂ ਕਾਉਂਸਲਰ ਸਾਡੇ ਐਮਪੀ ਵੀ ਬਣ ਗਏ ਆ, ਪਰ ਜਿਹੜੀ ਨਵੀਂ ਜਨਰੇਸ਼ਨ ਹੈ ਇਹਨਾਂ ਨੂੰ ਇਨਕਰੇਜ ਕਰਨ ਵਾਸਤੇ, ਮੇਨ ਸਟ੍ਰੀਮ ਪੋਲਿਟਿਕਸ ਵਿੱਚ ਲਿਆਉਣ ਵਾਸਤੇ ਕੀ ਕਰਨਾ ਚਾਹੀਦਾ? ਠੀਕ ਹੈ ਜੀ। ਇਹ ਜਿਹੜੀ ਤੁਹਾਡੀ ਗੱਲ ਹੈ, ਮੈਂ ਬਿਲਕੁਲ ਜਿਹੜੀ ਉਸ ਗੱਲ ਨਾਲ ਐਗਰੀ ਹਾਂ ਕਿ ਜਿਹੜੀ ਸਾਡੀ ਜਿਹੜੀ